महाराजा रणजीत सिंह ਜਦੋਂ ਰਾਜ ਸੰਭਾਲਦੇ ਨੇ ਤਾਂ ਉਦੋਂ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹਰ ਇੱਕ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਵਾਈ ਜਾਂਦੀ ਹੈ ਤੇ ਉੱਥੇ ਗੁਰੂ ਘਰ ਜਿਨ ਕਿ ਇਮਾਰਤਾਂ ਜਿਹੜੀਆਂ ਨੇ ਉਹ ਬਣਵਾਈਆਂ ਜਾਂਦੀਆਂ ਨੇ ਤੇ ਉਹਨਾਂ ਗੁਰੂ ਘਰਾਂ ਦੇ ਨਾਮ ਜਿੱਥੇ ਜ਼ਮੀਨਾਂ ਲਗਾਈਆਂ ਜਾਂਦੀਆਂ ਨੇ ਜ਼ਗੀਰਾਂ ਲਗਾਈਆਂ ਜਾਂਦੀਆਂ ਨੇ ਉੱਥੇ ਹੀ ਉਹਨਾਂ ਇਮਾਰਤਾਂ ਨੂੰ ਖੂਬਸੂਰਤ ਵੀ ਬਣਾਇਆ ਜਾਂਦਾ ਫ੍ਰੈਸਕੋ ਪੇਂਟਿੰਗ ਸੇ ਦੁਆਰਾ। ਇਹ ਸਭ ਨੇ ਦੇਖਿਆ ਹੋਵੇਗਾ ਦਰਬਾਰ ਸਾਹਿਬ ਦੇ ਅੰਦਰ ਜਿਵੇਂ ਇਹ ਸੀ ਅਕਾਲ ਤਖਤ ਸਾਹਿਬ ਜੀ ਆਊਟਰ ਸਾਈਡ ਤੇ ਔਰ ਇਹ ਜਿਹੜੀਆਂ ਸਾਰੀਆਂ ਪੇਂਟਿੰਗਸ ਨੇ ਚਨਿਓਟ ਤੋਂ ਲਿਆਂਦੇ ਮੁਸਲਮਾਨ ਕਾਰੀਗਰ ਸੀਗੇ ਜਿਹੜੇ ਬੜੇ ਨਿਪੁੰਨ ਸੀ ਆਪਣੀ ਆਪਣੀ ਡਰਾਇੰਗ ਦੇ ਵਿੱਚ। ਉਹਨਾਂ ਨੇ ਗੁਰੂ ਘਰ ਦੀ ਨਕਾਸ਼ੀ ਰਾਹੀਂ ਸ਼ੋਭਾ ਵਧਾਈ। ਸੰਤ ਸਿੰਘ ਗਿਆਨੀ ਹੋਇਆ ਕਰਦੇ ਸਨ ਤੇ ਉਹਨਾਂ ਨੇ ਨਾਲ ਸੋਚਿਆ ਕਿ ਸਿੱਖ ਕਾਰੀਗਰ ਵੀ ਨਾਲ ਲਾਏ ਜਾਣ। ਉਹਨਾਂ ਨੇ 90 ਕਾਰੀਗਰ ਲਾਏ। ਉਹਨਾਂ ਕਾਰੀਗਰਾਂ ਦੇ ਵਿੱਚੋਂ ਮੇਰੇ ਦਾਦਾ ਜੀ ਉਸ ਸਮੇਂ ਨਾਲ ਲੱਗੇ, ਉਹਨਾਂ ਦੇ ਨਾਲ ਉਹਨਾਂ ਕੋਲੋਂ ਸਿੱਖਿਆ ਤੇ ਤਕਰੀਬਨ 30 ਸਾਲ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ। ਇਤਿਹਾਸ ਨੂੰ ਸੰਭਾਲਿਆ ਕਿਵੇਂ ਜਾਂਦਾ ਹੈ? ਦੋ ਤਰੀਕੇ ਹੁੰਦੇ ਨੇ, ਇੱਕ ਤਾਂ ਅਸੀਂ ਉਸ ਨੂੰ ਕਿਤਾਬਾਂ ਦੇ ਜ਼ਰੀਏ ਸੰਭਾਲਦੇ ਹਾਂ ਔਰ ਇੱਕ ਕਲਾ ਹੁੰਦੀ ਆ, ਪੇਂਟਿੰਗ ਹੁੰਦੀ ਆ ਜਿਹੜੀ ਉਸ ਨੂੰ ਆਪਣੇ ਅੰਦਰ ਸਮਾ ਲੈਂਦੀ ਆ। ਤੁਸੀਂ ਉਸ ਇਤਿਹਾਸ ਨੂੰ ਕਿਵੇਂ ਕੈਪਚਰ ਕੀਤਾ ਔਰ ਕੀ ਘਟਨਾਵਾਂ ਆਈਆਂ? ਮੈਂ ਜੋ ਚਿੱਤਰਕਾਰੀ ਦਾ ਸੱਚ ਹੈ ਨਾ ਉਹਨੂੰ ਸਦੀਵੀ ਬਣਾਉਣ ਲਈ ਕੈਮਰਾ ਚੁੱਕਿਆ। ਗਲਿਆਰਾ ਬਣਿਆ ਦਰਬਾਰ ਸਾਹਿਬ ਦੇ ਆਲੇ ਦੁਆਲੇ। ਕਈਆਂ ਨੇ ਉਹਨੂੰ ਇਗਨੋਰ ਕੀਤਾ ਨਕਾਸ਼ੀ ਨੂੰ ਤੇ ਕੁਝ ਘਰ ਮੇਰੇ ਜਿਹਨ 'ਚ ਸੀਗੇ ਮੈਂ ਉਹਨਾਂ ਨੂੰ ਉਹਦੀ ਫੋਟੋਗ੍ਰਾਫੀ ਕੀਤੀ। ਇੱਕ ਤੁਸੀਂ ਗੱਲ ਕੀਤੀ ਕਿ ਗਿਆਨੀ ਸੰਤ ਸਿੰਘ ਜੀ ਨੇ ਤੁਹਾਡੇ ਦਾਦਾ ਜੀ ਨੂੰ ਕਿਹਾ ਸੀ ਉਦੋਂ ਸਿੱਖਣ ਦੇ ਲਈ। ਇਹ ਗਿਆਨੀ ਸੰਤ ਸਿੰਘ ਜੀ ਕੌਣ? ਗਿਆਨੀ ਸੰਤ ਸਿੰਘ ਹੋਣੀ ਮਹਾਰਾਜ ਅਕਾਲ ਤਖਤ ਦੇ ਜਥੇਦਾਰ ਵੀ ਹੁੰਦੇ ਸੀਗੇ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਤੇ ਉਹਨਾਂ ਦੇ ਰਿਹਾਇਸ਼ ਦਰਬਾਰ ਸਾਹਿਬ ਦੇ ਨਾਲ ਹੀ ਸੀਗੀ। ਬੁਰਜ ਗਿਆਨੀਆਂ ਨੂੰ ਕਹਿੰਦੇ ਸੀ। ਤੁਸੀਂ ਆਪਣੇ ਅੱਖੀਂ ਦੇਖੀ ਹੋਈ ਹੋ? ਬੁਰਜ ਗਿਆਨੀਆਂ 'ਚ ਮੇਰੇ ਪਿਤਾ ਜੀ ਦੀਆਂ ਅੰਦਰ ਤਸਵੀਰਾਂ ਨੇ ਕਮਰਿਆਂ ਦੇ ਵਿੱਚ। ਬਾਹਰਲਾ ਸੀਨ ਵੀ ਮੈਂ ਵੇਖਿਆ ਵਾ। ਅਖਾੜੇ ਵੀ ਸੀਗੇ, ਬਾਬਾ ਉਦਾਸੀ ਅਖਾੜੇ ਵੀ ਸੀਗੇ, ਨਿਰਮਲੇ ਦੀਆਂ ਬਿਲਡਿੰਗਾਂ ਸੀ। ਹਰ ਬਿਲਡਿੰਗ ਜਿਹੜੀ ਵੱਡੀ ਹੈ ਉਹਦੇ ਥੱਲੇ ਬੇਸਮੈਂਟ ਜ਼ਰੂਰ ਹੁੰਦੀ ਸੀ। ਕੀ ਲੱਗਦਾ ਹੈ ਕਿ ਜਿਹੜਾ ਉਹ ਇਤਿਹਾਸ ਨਿਕਲਿਆ ਆ ਉਹਦੀ ਫਿਲਹਾਲ ਤੱਕ ਅਜੇ ਤੱਕ ਅਨਾਉਂਸਮੈਂਟ ਨਹੀਂ ਹੋ ਸਕੀ ਕਿ ਕਿਵੇਂ ਕਿਸ ਤਰੀਕੇ ਨਾਲ ਸੰਭਾਲਣਾ ਹੈ? ਉਹ ਹੁਣ ਸੰਭਾਲਿਆ ਨਹੀਂ ਜਾ ਸਕਦਾ ਕਿਉਂਕਿ ਉਹ 'ਚ ਬੜਾ ਡੈਮੇਜ ਹੋ ਚੁੱਕਾ ਹੈ। ਜੇ ਸੰਭਾਲਣਾ ਸੀ ਤਾਂ ਪੂਰੀ ਦੀ ਪੂਰੀ ਬਿਲਡਿੰਗ ਸੰਭਾਲੀ ਜਾ ਸਕਦੀ ਸੀ। ਪਿਤਾ ਜੀ ਦੱਸਦੇ ਹੁੰਦੇ ਸੀਗੇ ਕਿ ਕਿਸੇ ਨੇ ਮੁਲਕਾਂ ਦੇ ਦੰਦ ਹੋਏ ਨੇ, ਉਹ ਆ ਕੇ ਵੇਖਦੇ ਸੀਗੇ। ਵੱਡੇ ਵੱਡੇ ਉਹ ਹਿਸਟੋਰੀਅਨ ਨੇ ਇੰਡੀਆ ਦੇ ਤੇ ਉਹਨਾਂ ਨੇ ਕਿਸੇ ਵੇਲੇ ਪੁੱਛ ਲਿਆ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਤੇ ਤੁਹਾਡੀ ਆ ਜਿਹੜੀ ਗਲੇ ਦੀ ਕੁੰਡੀ ਹੈ ਹਿਲਦੀ ਕਿਉਂ ਰਹਿੰਦੀ ਹੈ? ਅੱਛਾ ਜੀ। ਉਹ ਕਹਿੰਦਾ ਜੀ ਉਹਨਾਂ ਨੇ ਦੱਸਿਆ ਦਾਦਾ ਜੀ ਨੇ ਕਿ ਮੈਂ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਤਦੇ ਮੇਰੇ ਕੋਲ ਉਹ ਕੰਮ ਹੁੰਦਾ ਹੈ। ਤੇ ਇਹ ਇਹੋ ਜਿਹੇ ਮਹਾਂਪੁਰਸ਼ਾਂ ਦੇ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਦੀਵ ਹੀ ਹੋਣੇ ਚਾਹੀਦੇ, ਉਹਨਾਂ ਨੂੰ ਸੰਭਾਲਣਾ ਚਾਹੀਦਾ। 1919 ਦੇ ਵਿੱਚ ਵੀ ਬੜੀ ਵੱਡੀ ਇਹਨਾਂ ਦੀ ਸ਼ਮੂਲੀਅਤ ਇਸ ਪਰਿਵਾਰ ਦੀ ਰਹੀ ਹੈ। ਇਹਨਾਂ ਦੇ ਤਾਇਆ ਜੀ ਨੇ ਜਿਹੜੇ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਸਾਕੇ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਸੀਗੇ। ਬੜੀ ਛੋਟੀ ਜੀ ਉਮਰ ਸੀਗੀ ਔਰ ਉਹ ਪੇਂਟਿੰਗ ਪੋਰਟਰੇਟ ਤੁਹਾਨੂੰ ਅੱਜ ਦਿਖਾਈ ਵੀ ਦੇ ਰਹੀ ਹੈ। ਇਹ ਨਕਾਸ਼ੀ ਦੇਖ ਕੇ ਇੱਕਦਮ ਯਾਦ ਆ ਜਾਂਦਾ ਹੈ ਦਰਬਾਰ ਸਾਹਿਬ ਦਾ। ਇਹ ਦੋਵੇਂ ਨਮੂਨੇ ਦਰਬਾਰ ਸਾਹਿਬ ਦੇ ਵਿੱਚ ਲੱਗੇ ਹੋਏ ਨੇ। ਨਵੀਂ ਜਨਰੇਸ਼ਨ ਨੂੰ ਸਾਡੇ ਕੋਲ ਦਿਖਾਉਣ ਜੋਗਾ ਕੁਝ ਵੀ ਨਹੀਂ, ਸੁਸਾਇਟੀ ਕੋਲ ਕੁਝ ਨਹੀਂ। ਧਰਮ ਦੇ ਜਿਹੜੇ ਸੰਤ ਮੰਤ ਜੋ ਵੀ ਬਣੇ ਹੋਏ ਆ ਡੇਰਿਆਂ ਵਾਲੇ ਤੇ ਸਰਾਵਾਂ ਵਾਲੇ ਜਾਂ ਹੋਰ ਕਈ ਕੁਝ, ਉਹਨਾਂ ਕੋਲ ਕੁਝ ਨਹੀਂ ਸਿਵਾਏ ਨਵੀਆਂ ਬਿਲਡਿੰਗਾਂ ਬਣਾਉਣ ਤੋਂ।
ਮਹਾਰਾਜਾ ਰਣਜੀਤ ਸਿੰਘ ਜਦੋਂ ਰਾਜ ਸੰਭਾਲਦੇ ਨੇ ਤਾਂ ਉਦੋਂ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹਰ ਇੱਕ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਵਾਈ ਜਾਂਦੀ ਹੈ ਤੇ ਉੱਥੇ ਗੁਰੂ ਘਰ ਜਾਣੀ ਕਿ ਇਮਾਰਤਾਂ ਜਿਹੜੀਆਂ ਨੇ ਉਹ ਬਣਵਾਈਆਂ ਜਾਂਦੀਆਂ ਨੇ ਤੇ ਉਹਨਾਂ ਗੁਰੂ ਘਰਾਂ ਦੇ ਨਾਮ ਜਿੱਥੇ ਜ਼ਮੀਨਾਂ ਲਗਾਈਆਂ ਜਾਂਦੀਆਂ ਨੇ, ਜ਼ਗੀਰਾਂ ਲਗਾਈਆਂ ਜਾਂਦੇ ਨੇ, ਉੱਥੇ ਹੀ ਉਹਨਾਂ ਇਮਾਰਤਾਂ ਨੂੰ ਖੂਬਸੂਰਤ ਵੀ ਬਣਾਇਆ ਜਾਂਦਾ ਫ੍ਰੈਸਕੋ ਪੇਂਟਿੰਗਸ ਦੇ ਦੁਆਰਾ। ਔਰ ਉਹ ਪੇਂਟਿੰਗਸ ਉਦੋਂ ਮੁਸਲਮਾਨ ਕਰਦੇ ਸੀ, ਉਹਨਾਂ ਦੇ ਕੋਲੋਂ ਕਰਵਾਈਆਂ ਗਈਆਂ। ਉਸ ਤੋਂ ਬਾਅਦ ਹੌਲੀ ਹੌਲੀ ਸਿੱਖ ਵੀ ਇਸ ਲਈ ਤੇ ਆਏ, ਉਹਨਾਂ ਨੇ ਵੀ ਇਸ ਨੂੰ ਸਿੱਖਿਆ ਔਰ ਗੁਰੂ ਘਰਾਂ ਦੇ ਨਾਲ ਜੁੜ ਗਏ ਤੇ ਇਹ ਪੇਂਟਿੰਗ ਹਰ ਗੁਰਦੁਆਰਾ ਸਾਹਿਬਾਨ ਦੀ ਸ਼ਾਨ ਬਣ ਗਈ, ਜਿਹੜੇ ਵੀ ਇਤਿਹਾਸਕ ਸੀਗੇ। ਔਰ 1900 ਦੇ ਕਰੀਬ ਇਹ ਪੇਂਟਿੰਗ ਦਰਬਾਰ ਸਾਹਿਬ ਦੇ ਵਿੱਚ ਕੀਤੀਆਂ ਗਈਆਂ। ਅੰਦਰ ਜਦੋਂ ਉਦੋਂ ਕੌਣ ਮੌਜੂਦ ਸੀਗੇ, ਕਿਹਨਾਂ ਦੁਆਰਾ ਕੀਤੀਆਂ ਗਈਆਂ, ਆਓ ਤੁਹਾਨੂੰ ਉਸ ਪਰਿਵਾਰ ਨਾਲ ਮਿਲਾਉਂਦੇ ਹਾਂ ਔਰ ਦੱਸਦੇ ਹਾਂ ਜਿਨ੍ਹਾਂ ਨੇ ਪੇਂਟਿੰਗਸ ਕੀਤੀਆਂ ਸੀਗੀਆਂ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਵੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹ ਪਰਿਵਾਰ ਉਸੇ ਹੀ ਤਰ੍ਹਾਂ ਸਮਰਪਿਤ ਹੈ, ਉਹਨਾਂ ਹੀ ਪੇਂਟਿੰਗਸ ਨੂੰ। ਸਾਡੇ ਨਾਲ ਮੌਜੂਦ ਨੇ ਸਤਪਾਲ ਸਿੰਘ ਦਾਨਿਸ਼। ਸੋ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜਾ ਕਰੀਬੀ ਰਿਸ਼ਤਾ ਹੈ ਤੁਹਾਡਾ ਦਰਬਾਰ ਸਾਹਿਬ ਦੇ ਨਾਲ, ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹੋ। ਔਰ ਜੇ ਤੁਹਾਡੇ ਦਾਦਾ ਜੀ ਦੀ ਗੱਲ ਕਰਦੇ ਹਾਂ, ਭਾਈ ਗਿਆਨ ਸਿੰਘ ਜੀ ਨਕਾਸ਼ੀ, ਜਿਹੜੇ ਨਕਾਸ਼ ਕਰਦੇ ਸੀਗੇ, ਇਹ ਅਸੀਂ ਤਾਂ ਫ੍ਰੈਸਕੋ ਕਹਿ ਦਿੰਦੇ ਹਾਂ ਪਰ ਅਸਲ ਜਿਹੜਾ ਨਾਮ ਹੈਗਾ ਆ ਉਹ ਬੜਾ ਖੂਬਸੂਰਤ ਹੁੰਦਾ ਹੈ। ਪੇਂਟਿੰਗ ਦੇ ਜ਼ਰੀਏ ਅਸੀਂ ਜਦੋਂ ਸਜਾਉਂਦੇ ਹਾਂ ਗੁਰੂ ਘਰ ਨੂੰ, ਪੇਂਟਿੰਗ ਤਾਂ ਕਿਤੇ ਵੀ ਹੋ ਸਕਦੀ ਹੈ ਪਰ ਜਦੋਂ ਗੁਰੂ ਘਰ ਨਾਲ ਜੁੜੀ ਹੋਵੇ ਫਿਰ ਬੜਾ ਮਨ ਹੁੰਦਾ, ਰੀਝ ਹੁੰਦੀ ਹੈ। ਔਰ ਤੁਹਾਡੇ ਪਰਿਵਾਰ ਨੇ ਬੜਾ ਸਮਾਂ ਉੱਥੇ ਗੁਜ਼ਾਰਿਆ, ਤੁਹਾਡੇ ਦਾਦਾ ਜੀ ਨੇ ਗੁਜ਼ਾਰਿਆ, ਉਸ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਜ਼ਰੂਰ ਦਿਓ। ਨਕਾਸ਼ੀ ਜਿਹੜੀ ਹੈ ਅਸੀਂ ਉਹਨੂੰ ਪੇਂਟਿੰਗ ਦਾ ਰੂਪ ਨਹੀਂ ਦੇ ਸਕਦੇ ਜੀ। ਨਕਾਸ਼ੀ ਜਿਹੜੇ ਵੀ ਗੁਰੂ ਘਰ ਦੇ ਵਿੱਚ ਹੋਈ ਹੈ ਉਹਦਾ ਪੁਰਾਣਾ ਇਤਿਹਾਸ ਹੈ, ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਗੁਰੂ ਘਰਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਥਰੂ ਚਨਿਓਟ ਤੋਂ ਲਿਆਂਦੇ ਮੁਸਲਮਾਨ ਕਾਰੀਗਰ ਸੀਗੇ, ਜਿਹੜੇ ਬੜੇ ਨਿਪੁੰਨ ਸੀ ਆਪਣੀ ਆਪਣੀ ਡਰਾਇੰਗ ਦੇ ਵਿੱਚ। ਉਹਨਾਂ ਨੇ ਗੁਰੂ ਘਰ ਦੀ ਨਕਾਸ਼ੀ ਰਾਹੀਂ ਸ਼ੋਭਾ ਵਧਾਈ। ਉਹਨਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੰਤ ਸਿੰਘ ਗਿਆਨੀ ਹੋਇਆ ਕਰਦੇ ਸਨ ਅਤੇ ਉਹਨਾਂ ਨੇ ਨਾਲ ਸੋਚਿਆ ਕਿ ਸਿੱਖ ਕਾਰੀਗਰ ਵੀ ਨਾਲ ਲਾਏ ਜਾਣ। ਉਹਨਾਂ ਨੇ ਲੱਭੇ ਕਾਰੀਗਰ ਲਾਏ। ਉਹਨਾਂ ਕਾਰੀਗਰਾਂ ਦੇ ਵਿੱਚੋਂ ਮੇਰੇ ਦਾਦਾ ਜੀ ਉਸ ਸਮੇਂ ਨਾਲ ਲੱਗੇ, ਉਹਨਾਂ ਦੇ ਨਾਲ ਉਹਨਾਂ ਕੋਲੋਂ ਸਿੱਖਿਆ ਅਤੇ ਤਕਰੀਬਨ 30 ਸਾਲ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ ਨਕਾਸ਼ੀ ਰਾਹੀਂ। ਅਤੇ ਉਹਨਾਂ ਦੀ ਜਿਹੜੀ ਨਕਾਸ਼ੀ ਹੈ ਉਹ ਬੜਾ ਪਰਫੈਕਟ ਡਰਾਇੰਗ। ਜੇ ਉਹਨਾਂ ਨੇ ਫੁੱਲ ਬਣਾਏ ਨੇ ਅਤੇ ਉਹਨਾਂ ਦੀਆਂ ਰੇਸ਼ੇ ਵੀ ਨਾਲ ਦਿਖਾਏ ਗਏ ਨੇ ਜੀ। ਪੱਤਿਆਂ ਦੇ ਵਿੱਚ ਜਿਹੜੇ ਨੇ ਓਰੀਜਨੈਲਿਟੀ ਜਿਹੜੀ ਹੈ, ਅਸਲੀਅਤ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਇਹੋ ਹੀ ਕੁਝ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਚੀਜ਼ ਬਣਾਈਏ ਅਤੇ ਉਸਨੂੰ ਕੁਦਰਤੀ ਭਾਵ ਦੇ ਕੇ ਲੋਕਾਂ ਸਾਹਮਣੇ ਪੇਸ਼ ਕਰੀਏ। ਉਹ ਇੱਕ ਉਸ ਜ਼ਮਾਨੇ ਦੇ ਵਿੱਚ ਸਾਰੇ ਜਿਨ੍ਹਾਂ ਨੇ ਵੀ ਕੰਮ ਕੀਤਾ ਗੁਰੂ ਘਰ ਨਾਲ ਸਮਰਪਿਤ ਸਨ ਅਤੇ ਹਮੇਸ਼ਾ ਗੁਰੂ ਦਾ ਜਾਪ ਕਰਕੇ, ਸਤਿਨਾਮ ਵਾਹਿਗੁਰੂ ਕਰਕੇ ਉਹ ਕੰਮ ਕਰਦੇ ਸਨ। ਇਸੇ ਕਰਕੇ ਹੀ ਗੁਰੂ ਦੀ ਮਿਹਰ ਕਰਕੇ ਹੀ ਇਹ ਕੰਮ ਨਿਪੁੰਨ ਚੜ੍ਹਿਆ। ਸੋ ਬੜਾ ਸਮਾਂ ਉਹਨਾਂ ਨੇ ਗੁਜ਼ਾਰਿਆ। ਉਸ ਤੋਂ ਬਾਅਦ ਤੁਹਾਡੇ ਜਦੋਂ ਪਿਤਾ ਜੀ ਇਸ ਕੰਮ ਦੇ ਵਿੱਚ ਆਏ, ਤੁਹਾਡੇ ਪਿਤਾ ਜੀ ਨੇ ਵੀ ਇਹ ਕੰਮ ਤੁਹਾਡੇ ਦਾਦਾ ਜੀ ਤੋਂ ਸਿੱਖਿਆ, ਫਿਰ ਉਹਨਾਂ ਨੇ ਕੀ ਇਹਦੇ ਵਿੱਚ ਯੋਗਦਾਨ ਪਾਇਆ? ਪਿਤਾ ਜੀ ਨੇ ਕੰਮ ਤੇ ਸਿੱਖਿਆ ਜ਼ਰੂਰ ਹੈ ਪਰ ਪਿਤਾ ਜੀ ਦਾ ਜਿਹੜਾ ਵਰਕ ਸੀਗਾ ਉਹ ਗੁਰਬਾਣੀ ਦੇ ਜਿਹੜੇ ਸ਼ਬਦ ਸੀਗੇ ਉਹਨਾਂ ਦੇ ਹਾਵ ਭਾਵ ਨੂੰ ਉਹਨਾਂ ਨੇ ਚਿਤਰਿਆ। ਗੁਰੂ ਘਰ ਨਾਲ ਸੰਬੰਧਿਤ ਜਿਹੜਾ ਇਤਿਹਾਸ ਹੈ ਉਹ ਬਣਾਇਆ। ਕਾਫੀ ਪੇਂਟਿੰਗਸ ਉਹਨਾਂ ਨੇ ਕੀਤੀਆਂ, ਗੁਰੂ ਸਾਹਿਬਾਨ ਦੀਆਂ ਪੋਰਟਰੇਟਸ ਕੀਤੀਆਂ ਅਤੇ ਹਰ ਟਾਈਪ ਦਾ ਕੰਮ ਕੀਤਾ ਉਹਨਾਂ ਨੇ। ਈਵਨ ਕਿਤਾਬਾਂ ਦੇ ਜਿਹੜੇ ਟਾਈਟਲ, ਪੰਜਾਬੀ ਕਿਤਾਬਾਂ ਦੇ ਟਾਈਟਲ ਵੀ ਬਣਾਏ। ਕੋਈ ਵੀ ਫੀਲਡ ਜਿਹੜਾ ਵੈ ਆਰਟ ਦੇ ਵਿੱਚ ਉਹਨਾਂ ਨੇ ਇਗਨੋਰ ਨਹੀਂ ਕੀਤਾ, ਹਰ ਫੀਲਡ ਦੇ ਵਿੱਚ ਉਹਨਾਂ ਨੇ ਕੰਮ ਕੀਤਾ।
ਇੱਕ ਬੜੀ ਖੂਬਸੂਰਤ ਗੱਲ ਮੈਂ ਹੋਰ ਦੱਸ ਦੇਣਾ ਚਾਹੁੰਦੀ ਹਾਂ। ਇਤਿਹਾਸ ਨੂੰ ਸੰਭਾਲਿਆ ਕਿਵੇਂ ਜਾਂਦਾ ਹੈ, ਦੋ ਤਰੀਕੇ ਹੁੰਦੇ ਨੇ। ਇੱਕ ਤਾਂ ਅਸੀਂ ਉਸ ਨੂੰ ਕਿਤਾਬਾਂ ਦੇ ਜ਼ਰੀਏ ਸੰਭਾਲਦੇ ਹਾਂ, ਔਰ ਇੱਕ ਕਲਾ ਹੁੰਦੀ ਆ, ਪੇਂਟਿੰਗ ਹੁੰਦੀ ਆ, ਜਿਹੜੀ ਉਸ ਨੂੰ ਆਪਣੇ ਅੰਦਰ ਸਮਾ ਲੈਂਦੀ ਆ। ਜੇ ਤਾਂ ਸਾਡੇ ਕੋਲ ਇਮਾਰਤਾਂ ਹੋਣ, ਮੌਜੂਦ ਹੋਣ, ਤਾਂ ਬੇਸ਼ੱਕ ਅਸੀਂ ਇਤਿਹਾਸ ਜਾਣਦੇ ਹੁੰਦੇ ਹਾਂ, ਪਰ ਕਿਸੇ ਇਨਸਾਨ ਨੂੰ, ਕਿਸੇ ਮਨੁੱਖ ਨੂੰ ਇਤਿਹਾਸ ਵਿੱਚ ਕਿਵੇਂ ਸੰਭਾਲਿਆ ਜਾਂਦਾ ਆ, ਇਹ ਸਿਰਫ ਤੇ ਸਿਰਫ ਅੱਜ ਅਸੀਂ ਫੋਟੋਆਂ ਦੇਖਦੇ ਹਾਂ ਆਪਣੇ ਪੁਰਾਣਿਆਂ ਦੀਆਂ, ਤਾਂ ਫਿਰ ਸਾਨੂੰ ਯਾਦ ਆਉਂਦਾ ਹੈ ਕਿ ਇਹ ਸਾਡੇ ਪੁਰਾਣੇ ਨੇ। ਪਰੰਤੂ ਜਦੋਂ ਪਹਿਲਾਂ ਫੋਟੋਗ੍ਰਾਫੀ ਨਹੀਂ ਸੀਗੀ, ਕੈਮਰੇ ਨਹੀਂ ਸੀਗੇ, ਉਦੋਂ ਪੇਂਟਿੰਗ ਸੀਗੀਆਂ ਜਿਹੜੀਆਂ ਉਸ ਦੌਰ ਨੂੰ ਸੰਭਾਲਦੀਆਂ ਸੀਗੀਆਂ। ਜੇ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਫੋਟੋ ਜ਼ਰੂਰ ਹੋਏਗੀ, ਉਹ ਪਿੱਛੇ ਲੱਗੀ ਹੋਈ ਹੈ, ਔਰ ਉਹ ਦੇਖ ਸਕਦੇ ਹੋ ਤੁਸੀਂ। ਇਹ ਇੱਕ ਪੇਂਟਿੰਗ ਹੀ ਹੈਗੀ ਆ ਜਿਸ ਨੇ ਇਤਿਹਾਸ ਨੂੰ ਸੰਭਾਲਿਆ ਹੋਇਆ। ਦਰਬਾਰ ਸਾਹਿਬ ਦਾ ਕਿਵੇਂ ਦੀ ਇਮਾਰਤ ਨਜ਼ਰ ਆਉਂਦੀ ਸੀ ਉਦੋਂ, ਝੰਡੇ ਜਿਹੜੇ ਨੇ ਉਹ ਝੰਡੇ ਬੁੰਗੇ ਕਿੱਥੇ ਨੇ, ਔਰ ਜਿਹੜੀਆਂ ਸਰਾਵਾਂ ਨੇ ਜਿਨ੍ਹਾਂ ਨੂੰ ਬੁੰਗੇ ਕਹਿੰਦੇ ਨੇ ਉਹ ਕਿੱਦਾਂ ਆ, ਔਰ ਇਹ ਹਾਲਾਤ ਜਿਹੜੇ ਨੇ ਉਹ ਬਿਆਨ ਕਰਦੇ ਨੇ ਉਦੋਂ ਦੇ ਸਮੇਂ ਨੂੰ ਕਿਵੇਂ ਸੰਭਾਲਿਆ ਗਿਆ ਸੀਗਾ। ਸੋ ਤੁਸੀਂ ਵੀ ਬੜਾ ਸਮਾਂ ਵਿਚਰੇ ਹੋ ਇੱਥੇ, ਦਰਬਾਰ ਸਾਹਿਬ ਦੇ ਕੋਲ ਰਹੇ ਹੋ, ਤੁਹਾਡੇ ਪਿਤਾ ਜੀ ਨੇ ਇਤਿਹਾਸ ਨੂੰ ਸੰਭਾਲਿਆ, ਔਰ ਤੁਸੀਂ ਵੀ ਉਸ ਤੋਂ ਅਗਲਾ ਜਿਹੜਾ ਇਤਿਹਾਸ ਸੀ, ਜਨਰੇਸ਼ਨ ਜਿਵੇਂ ਬਦਲੀ, ਤੁਸੀਂ ਫਿਰ ਕੈਮਰਾ ਵੀ ਚੁੱਕਿਆ ਨਾਲ, ਤੁਸੀਂ ਉਸ ਇਤਿਹਾਸ ਨੂੰ ਕਿਵੇਂ ਕੈਪਚਰ ਕੀਤਾ ਔਰ ਕੀ ਕੀ ਘਟਨਾਵਾਂ ਆਈਆਂ? ਮੈਂ ਜੋ ਚਿੱਤਰਕਾਰੀ ਦਾ ਸੱਚ ਹੈ ਨਾ, ਉਹਨੂੰ ਸਦੀਵੀ ਬਣਾਉਣ ਲਈ ਕੈਮਰਾ ਚੁੱਕਿਆ। ਤਾਂ ਮੈਂ ਕੋਸ਼ਿਸ਼ ਕੀਤੀ ਕਿ ਹਰਿਮੰਦਰ ਸਾਹਿਬ, ਸਿਰਫ ਹਰਿਮੰਦਰ ਸਾਹਿਬ ਹੀ ਨਹੀਂ, ਆਲੇ ਦੁਆਲੇ ਜਿਹੜੇ ਰਿਹਾਇਸ਼ੀ ਘਰਾਂ ਦੇ ਵਿੱਚ ਜਿਹੜੀ ਨਕਾਸ਼ੀ ਹੋਈ ਸੀ, ਉਦੋਂ ਆਮ ਨਕਾਸ਼ੀ ਲੋਕ ਘਰਾਂ 'ਚ ਵੀ ਕਰਾਉਂਦੇ ਸੀਗੇ, ਉਹਨਾਂ ਨੂੰ ਵੀ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਗਲਿਆਰਾ ਬਣਿਆ ਦਰਬਾਰ ਸਾਹਿਬ ਦੇ ਆਲੇ ਦੁਆਲੇ, ਕਈਆਂ ਨੇ ਉਹਨੂੰ ਇਗਨੋਰ ਕੀਤਾ, ਨਕਾਸ਼ੀ ਨੂੰ ਢਾਹ ਢੋਹ ਦਿੱਤਾ, ਅਤੇ ਕੁਝ ਘਰ ਮੇਰੇ ਜਿਹਨ 'ਚ ਸੀਗੇ, ਮੈਂ ਉਹਨਾਂ ਨੂੰ ਉਹਦੀ ਫੋਟੋਗ੍ਰਾਫੀ ਕੀਤੀ। ਅਤੇ ਈਵਨ ਜਿਹੜੇ ਗੁਰਦੁਆਰੇ ਹੋਰ ਅੰਮ੍ਰਿਤਸਰ ਦੇ ਵਿੱਚ ਹੋਰ ਹੈਗੇ ਸੀਗੇ, ਉਹਨਾਂ ਦੀਆਂ ਵੀ ਸਾਰੀਆਂ ਨਕਾਸ਼ੀ ਦੀਆਂ ਜਿਹੜੀਆਂ ਫਿਗਰਾਂ ਸੀਗੀਆਂ ਜਾਂ ਨਕਾਸ਼ੀ ਦੇ ਜਿਹੜੇ ਫੁੱਲ ਫਲਾਵਰ ਸੀਗੇ, ਉਹਨਾਂ ਨੂੰ ਮੈਂ ਸਾਰਾ ਕਵਰ ਕੀਤਾ। ਇਹ ਬੜੀ ਤਰਾਸਦੀ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਗਵਾ ਚੁੱਕੇ ਹਾਂ, ਨਾ ਉਸ ਲੋਕਾਂ ਨੂੰ ਉਹਦੇ ਬਾਰੇ ਕੋਈ ਗਿਆਨ ਹੈ, ਅਤੇ ਜਿਹੜੀਆਂ ਚੀਜ਼ਾਂ ਹੁਣ ਗਵਾ ਰਹੇ ਹਾਂ, ਈਵਨ ਸੁਸਾਇਟੀ ਨੂੰ ਚਾਹੀਦਾ ਹੈ, ਜਿਹੜੀ ਜ਼ਿੰਮੇਵਾਰ ਜਿਹੜੀ ਗੁਰਦੁਆਰਾ ਦਾ ਧਰਮ ਦੇ ਜਿਹੜੇ ਰਹਿਨੁਮਾ ਨੇ, ਉਹਨਾਂ ਨੂੰ ਚਾਹੀਦਾ ਕਿ ਜਿਹੜੀ ਪੁਰਾਣੀ ਵਿਰਾਸਤ ਹੈ ਜਿਹੜਾ, ਉਹਨਾਂ ਨੂੰ ਬਚਾ ਲਓ। ਜੇ ਕਿਤੇ ਕੋਈ ਪਈ ਹੈ ਚੀਜ਼ ਤਾਂ ਉਹਨੂੰ ਸਾਂਭ ਲਓ, ਨਹੀਂ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਉਹਦੇ ਪੱਲੇ ਕੁਝ ਨਹੀਂ ਰਹੇਗਾ, ਉਹਨਾਂ ਨੂੰ ਦਿਖਾਉਣ ਜੋਗਾ ਕੁਝ ਨਹੀਂ ਰਹੇਗਾ। ਵਰਲਡ ਦੇ ਵਿੱਚ ਜਿਹੜਾ ਵੈ ਦਰਬਾਰ ਸਾਹਿਬ ਦਾ ਜਿਹੜਾ ਮਹੱਤਵ ਹੈ, ਉਹ ਇੱਥੋਂ ਦੀ ਨਕਾਸ਼ੀ 'ਤੇ ਹੈ। ਅੰਗਰੇਜ਼ਾਂ ਨੂੰ ਕੋਈ ਪਤਾ ਨਹੀਂ ਕਿ ਇੱਥੇ ਉਹਨਾਂ ਦੀਆਂ ਭਾਵਨਾਵਾਂ ਕੀ ਨੇ, ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਕੀ ਨੇ। ਉਹ ਸਿਰਫ ਜੇ ਵੇਖਣ ਆਉਂਦੇ ਨੇ, ਨਕਾਸ਼ੀ ਵੇਖਣ ਆਉਂਦੇ ਨੇ ਉੱਥੇ ਆਰਟ ਦੀ। ਕਿਉਂਕਿ ਸਿੱਖ ਹਿਸਟਰੀ, ਸਿੱਖ ਗੁਰੂਆਂ ਦੀ ਹਿਸਟਰੀ ਬਾਰੇ ਉਹ ਲੋਕ ਘੱਟ ਜਾਣਦੇ ਨੇ, ਬਾਹਰ ਦੇ ਲੋਕ, ਬਾਹਰ ਤੋਂ ਤੇ ਯੂਰਪੀਅਨ। ਸੋ ਗੱਲ ਇਹ ਹੈ ਕਿ ਜਿਹੜੀ ਕਲਾ ਹੈ ਉਸ ਨੂੰ ਲੋਕ ਪਿਆਰ ਕਰਦੇ ਨੇ, ਔਰ ਕਲਾ ਜਿਹੜੀ ਆ ਬੜੀ ਅਮੀਰ ਹੈਗੀ ਆ ਸਾਡੇ ਇਸ ਥਾਂ ਦੀ। ਜੇ ਅਸੀਂ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਦੀ, ਇੱਥੇ ਪੁਰਾਤਨ ਇਮਾਰਤਾਂ ਜਿਵੇਂ ਗਿਆਨੀਆਂ ਦਾ ਬੁੰਗਾ ਨਿਕਲਿਆ ਸੀਗਾ। ਇੱਕ ਤੁਸੀਂ ਗੱਲ ਕੀਤੀ ਕਿ ਗਿਆਨੀ ਸੰਤ ਸਿੰਘ ਜੀ ਨੇ ਤੁਹਾਡੇ ਦਾਦਾ ਜੀ ਨੂੰ ਕਿਹਾ ਸੀ ਉਦੋਂ ਸਿੱਖਣ ਦੇ ਲਈ, ਇਹ ਗਿਆਨੀ ਸੰਤ ਸਿੰਘ ਜੀ ਕੌਣ ਨੇ? ਗਿਆਨੀ ਸੰਤ ਸਿੰਘ ਹੋਣੀ ਮਹਾਰਾਜ ਅਕਾਲ ਤਖਤ ਦੇ ਜਥੇਦਾਰ ਵੀ ਹੁੰਦੇ ਸੀਗੇ ਮਹਾਰਾਜ ਰਣਜੀਤ ਸਿੰਘ ਦੇ ਵੇਲੇ, ਅਤੇ ਉਹਨਾਂ ਨੇ ਮਹਾਰਾਜ ਰਣਜੀਤ ਸਿੰਘ ਨੇ ਸੰਤ ਸਿੰਘ ਹੋਣਾ ਨੂੰ ਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਇੱਥੇ ਸਿੱਖ ਕਾਰੀਗਰ ਜ਼ਰੂਰ ਲਾਓ। ਅਤੇ ਉਹਨਾਂ ਦੇ ਰਿਹਾਇਸ਼ ਦਰਬਾਰ ਸਾਹਿਬ ਦੇ ਨਾਲ ਹੀ ਸੀਗੀ, ਬੁਰਜ ਗਿਆਨੀਆਂ ਨੂੰ ਕਹਿੰਦੇ ਸੀ। ਤੁਸੀਂ ਆਪਣੇ ਅੱਖੀਂ ਦੇਖੀ ਹੋਈ ਹੋ? ਬੁਰਜ ਗਿਆਨੀਆਂ 'ਚ ਮੇਰੇ ਪਿਤਾ ਜੀ ਦੀਆਂ ਅੰਦਰ ਤਸਵੀਰਾਂ ਨੇ ਕਮਰਿਆਂ ਦੇ ਵਿੱਚ। ਬਾਹਰਲਾ ਸੀਨ ਵੀ ਮੈਂ ਵੇਖਿਆ ਵਾ। ਬਾਹਰਲੇ ਸੀਨ 'ਤੇ ਇੱਕ ਬੜੀ ਖੂਬਸੂਰਤ ਡਾਂਸਿੰਗ ਗਣੇਸ਼ ਦੀ ਮੂਰਤੀ ਲੱਗੀ ਹੋਈ ਸੀ, ਅਤੇ ਜਿਹੜੀ ਮੈਂ ਵਾਰਡ ਦੇ ਵਿੱਚ ਉਹ ਇੱਕੋ ਇੱਕ ਮੂਰਤੀ ਹੈ, ਹੁਣ ਪਤਾ ਨਹੀਂ ਉਹ ਕਿੱਥੇ ਹੈ। ਇਹ ਤਾਂ ਜਾਂ ਸਰਕਾਰ ਦੱਸ ਸਕਦੀ ਹੈ ਅਤੇ ਜਾਂ ਹੋਰ ਕੋਈ ਅਹੁਦੇਦਾਰ ਕੋਈ ਦੱਸ ਸਕਦਾ। ਪਰ ਇਹ ਬਹੁਤ ਵੱਡੀ ਚੀਜ਼ ਸੀ, ਇਹਨੂੰ ਸੰਭਾਲਣਾ ਚਾਹੀਦਾ ਸੀਗਾ, ਬਿਲਡਿੰਗ ਨੂੰ ਖਾਸ ਤੌਰ 'ਤੇ ਸੰਭਾਲਣਾ ਚਾਹੀਦਾ ਸੀਗਾ। ਇੱਕ ਯਾਦਗਾਰ ਬਣਾਉਣੀ ਚਾਹੀਦੀ ਸੀ ਕਿ
ਜਦੋਂ ਵੀ ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਆਉਂਦੇ ਸੀਗੇ ਤੇ ਇੱਥੇ ਆ ਕੇ ਠਹਿਰਦੇ ਹੁੰਦੇ ਸੀਗੇ। ਤੇ ਉਸ ਬਿਲਡਿੰਗ ਦੇ ਅੰਦਰ ਵੀ ਜਿਹੜਾ ਨਕਾਸ਼ੀ ਦਾ ਵੱਖ-ਵੱਖ ਬ੍ਰਾਂਚਾਂ ਨੇ, ਕੱਚ ਵਰਕ ਹੈ, ਟੁਕੜੀ ਵਰਕ ਹੈ ਜਾਂ ਹੋਰ ਮੋਹਰਾ ਕਸ਼ੀ ਹੈ, ਇਹ ਸਾਰਾ ਕੁਝ ਅੰਦਰ ਉਹਨਾਂ ਦੀਆਂ ਕੰਧਾਂ ਉੱਤੇ ਹੋਇਆ ਸੀਗਾ। ਤੇ ਇਹ ਬਹੁਤ ਮੰਦਭਾਗੀ ਜਿਹੀ ਗੱਲ ਹੈ ਕਿ ਉਹਨੂੰ ਅਸੀਂ ਇਗਨੋਰ ਕੀਤਾ, ਉਹਨੂੰ ਅਪਣਾ ਨਹੀਂ ਸਕੇ। ਇਹਦੇ ਤੇ ਉਦੋਂ ਦੇ ਸਮੇਂ ਤਾਂ ਸਰਕਾਰਾਂ ਨੇ ਇਸ ਨੂੰ ਢਾਹ ਦਿੱਤਾ ਸੀਗਾ। ਹੁਣ ਤਾਂ ਸਿਰਫ ਇਹਦਾ ਇੱਕ ਹੇਠਲਾ ਪਾਰਟ, ਜਿਹੜਾ ਸ਼ਾਇਦ ਕਿਤੇ ਉਸ ਨੂੰ ਪਲਸਤਰ ਕੁਝ ਵੀ ਨਹੀਂ ਹੋਇਆ ਹੈਗਾ, ਉਹ ਪਾਰਟ ਨਿਕਲਿਆ। ਇਹ ਬੇਸਮੈਂਟ ਜਿਹੜੀ ਹੈ ਉਹ ਹਰ ਜਿਹੜੀਆਂ ਉਹ ਹੈਗੀਆਂ ਸੀਗੀਆਂ ਆਲੇ ਦੁਆਲੇ ਜਿਹੜੀਆਂ ਸਾਰੇ ਬਣੇ ਸੀ, ਅਖਾੜੇ ਵੀ ਸੀਗੇ, ਜੀ ਬਾਬਾ ਉਦਾਸੀ ਖਾੜੇ ਵੀ ਸੀਗੇ, ਨਿਰਮਲੇ ਦੀਆਂ ਬਿਲਡਿੰਗਾਂ ਸੀ। ਹਰ ਬਿਲਡਿੰਗ ਜਿਹੜੀ ਵੱਡੀ ਹੈ ਉਹਦੇ ਥੱਲੇ ਬੇਸਮੈਂਟ ਜ਼ਰੂਰ ਹੁੰਦੀ ਸੀ। ਇਹ ਹੋ ਸਕਦਾ ਕੋਈ ਬੇਸਮੈਂਟ ਦਾ ਕੋਈ ਚੀਜ਼ ਨਿਕਲ ਆਈ ਹੋਵੇ। ਔਰ ਜਿਵੇਂ ਤੁਸੀਂ ਹੁਣੇ ਜ਼ੋਰ ਦਿੱਤਾ ਹੈ ਨਕਾਸ਼ੀ ਨੂੰ ਸੰਭਾਲਣ ਦਾ, ਇਤਿਹਾਸ ਨੂੰ ਸੰਭਾਲਣ ਦਾ, ਕੀ ਲੱਗਦਾ ਹੈ ਕਿ ਜਿਹੜਾ ਉਹ ਇਤਿਹਾਸ ਨਿਕਲਿਆ ਆ ਉਹਦੀ ਫਿਲਹਾਲ ਤੱਕ ਅਜੇ ਤੱਕ ਅਨਾਉਂਸਮੈਂਟ ਨਹੀਂ ਹੋ ਸਕੀ ਕਿ ਕਿਵੇਂ ਕਿਸ ਤਰੀਕੇ ਨਾਲ ਸੰਭਾਲਣਾ ਹੈ? ਉਹ ਹੁਣ ਸੰਭਾਲਿਆ ਨਹੀਂ ਜਾ ਸਕਦਾ ਕਿਉਂਕਿ ਉਹਦੇ 'ਚ ਬੜਾ ਡੈਮੇਜ ਹੋ ਚੁੱਕਾ ਹੈ। ਜੇ ਸੰਭਾਲਣਾ ਸੀ ਤਾਂ ਪੂਰੀ ਦੀ ਪੂਰੀ ਬਿਲਡਿੰਗ ਸੰਭਾਲੀ ਜਾ ਸਕਦੀ ਸੀ। ਉਹ ਹੁਣ ਸੰਭਾਲਣ ਦਾ ਕੋਈ ਤੁਕ ਨਜ਼ਰ ਨਹੀਂ ਆਉਂਦਾ। ਉਹਦੇ ਵਿੱਚ ਸਾਨੂੰ ਕੋਈ ਵੀ ਇਹੋ ਜਿਹੀ ਕਲਾਕ੍ਰਿਤੀ ਨਹੀਂ ਮਿਲੀ ਜਿਹਨੂੰ ਅਸੀਂ ਸੇਵ ਕਰ ਸਕੀਏ। ਬੜੀ ਦੁੱਖ ਦੀ ਗੱਲ ਹੈ ਕਿ ਇਤਿਹਾਸ ਨੂੰ ਸੰਭਾਲਣ ਦੀਆਂ ਬੜੀਆਂ ਕੋਸ਼ਿਸ਼ਾਂ ਬਹੁਤ ਲੋਕ ਕਰ ਰਹੇ ਨੇ ਆਪਣੇ ਪੱਧਰ ਦੇ ਉੱਪਰ, ਔਰ ਕਿਤੇ ਨਾ ਕਿਤੇ ਉਹ ਪਿੱਛੇ ਰਹਿ ਜਾਂਦੇ ਨੇ। ਔਰ ਜਿਹੜੀ ਢਾਹ ਮਾਰ ਹੁੰਦੀ ਆ ਉਹ ਬੜੀ ਜਲਦੀ ਹੋ ਜਾਂਦੀ ਹੈ, ਬਹੁਤ ਜਲਦੀ ਢਾਹ ਦਿੱਤੀਆਂ ਜਾਂਦੀਆਂ ਨੇ ਇਮਾਰਤਾਂ ਦੇਖਣ ਤੋਂ ਬਿਨਾਂ ਹੀ। ਮਹਿੰਜੋਦੜੋ, ਹੜੱਪਾ, ਇਹ ਸੱਭਿਅਤਾਵਾਂ ਸੀਗੀਆਂ। ਇਹ ਅੱਜ ਵੀ ਅਸੀਂ ਦੇਖੀਏ ਤਾਂ ਪਾਕਿਸਤਾਨ ਦੇ ਵਿੱਚ ਬੜੇ ਪਿਆਰ ਨਾਲ ਹੇਠਾਂ ਤੋਂ ਕੱਢੀਆਂ ਗਈਆਂ, ਅੱਜ ਤੱਕ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਹੋਇਆ ਹੈ, ਸੰਭਾਲਿਆ ਹੋਇਆ ਹੈ ਲੋਕਾਂ ਦੇ ਦੇਖਣ ਦੇ ਲਈ। ਬੜੀਆਂ ਅਮੀਰ ਸੀਗੀਆਂ ਇਹ ਸੱਭਿਅਤਾਵਾਂ। ਔਰ ਇਹ ਤਾਂ ਕੋਈ 200-250 ਸਾਲ ਪੁਰਾਣੀਆਂ ਇਮਾਰਤਾਂ ਨੇ। ਜੇ ਅਸੀਂ ਗੱਲ ਕਰੀਏ ਤਾਂ ਜਿਹੜੀਆਂ ਨਕਾਸ਼ੀਆਂ ਨੇ ਇਹ ਬਹੁਤੀਆਂ ਪੁਰਾਣੀਆਂ ਨਹੀਂ ਹੈਗੀਆਂ ਕਿ ਇਹਨਾਂ ਨੂੰ ਸੰਭਾਲਿਆ ਨਹੀਂ ਸੀ ਜਾ ਸਕਦਾ। ਇਹ ਬੜੀਆਂ ਖੂਬਸੂਰਤ ਸਾਂਭਣ ਵਾਲੀਆਂ ਚੀਜ਼ਾਂ ਨੇ। 150-200 ਪੇਂਟਿੰਗਸ ਵੀ ਪਈਆਂ ਹੋਈਆਂ ਨੇ। ਅੱਛਾ ਜੀ। ਜਿਹੜੀ ਓਰੀਜਨਲ ਉਹਨਾਂ ਨੇ ਛੱਡਣ ਤੋਂ ਬਾਅਦ, ਸੇਵਾ ਛੱਡਣ ਤੋਂ ਬਾਅਦ ਕੀਤੀਆਂ ਹੋਈਆਂ ਨੇ, ਉਹ ਜੇ ਵੀ ਅਸੀਂ ਰੱਖੀਆਂ ਹੋਈਆਂ ਨੇ। ਅਤੇ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਲੰਡਨ ਯੂਨੀਵਰਸਿਟੀ ਨੇ ਅਤੇ ਅਮਰੀਕਾ 'ਚ ਇੱਕ ਫੋਕ ਆਰਟ ਮਿਊਜ਼ੀਅਮ ਹੈ, ਉਹਦੇ ਵਿੱਚ ਉਹਨਾਂ ਨੇ ਦਾਦਾ ਜੀ ਦੀ ਤਕਰੀਬਨ 10 ਪੇਂਟਿੰਗਸ ਉੱਥੇ ਲਾਈਆਂ ਨੇ। ਉਹ ਵਰਲਡ ਦੀਆਂ ਜਿਹੜੀਆਂ ਟੌਪ ਦੀਆਂ ਜਿਹੜੀਆਂ ਆਰਟ ਵਰਕ ਹੈ ਉੱਥੇ ਵੱਖ-ਵੱਖ ਆਰਟਿਸਟਾਂ ਦਾ, ਜੀ ਉੱਥੇ ਬੜਾ ਤਗੜਾ ਮਿਊਜ਼ੀਅਮ ਹੈ ਕੈਲੀਫੋਰਨੀਆ ਦੇ ਵਿੱਚ। ਸੋ ਇਹ ਸਭ ਨੇ ਦੇਖਿਆ ਹੋਏਗਾ ਦਰਬਾਰ ਸਾਹਿਬ ਦੇ ਅੰਦਰ, ਜਿਵੇਂ ਇਹ ਸੀ ਅਕਾਲ ਤਖਤ ਸਾਹਿਬ ਜੀ ਆਊਟਰ ਸਾਈਡ 'ਤੇ। ਔਰ ਇਹ ਜਿਹੜੀਆਂ ਸਾਰੀਆਂ ਪੇਂਟਿੰਗਸ ਨੇ, ਸੁੱਕੀ ਹੋਈ ਚੀਜ਼ ਉੱਤੇ ਰੰਗ ਚੜ੍ਹਦੇ ਨਹੀਂਗੇ। ਗੱਲਾ ਪਲਸਤਰ ਹੋਵੇ, ਪਲਸਤਰ ਵੀ ਨਹੀਂ ਸੀ ਹੁੰਦਾ ਉਦੋਂ, ਚੂਨੇ ਦੀ ਉਹ ਲੇਅਰ ਉੱਪਰ ਚਾੜ੍ਹਦੇ ਸੀਗੇ ਕਿਉਂਕਿ ਉਹ ਜਿਹੜੇ ਰੰਗ ਸੀਗੇ, ਪਿਗਮੈਂਟ ਹੁੰਦੇ ਸੀ, ਜੀ ਉਹ ਉਹਦੇ ਵਿੱਚ ਪ੍ਰੀਜ਼ਰਵ ਹੋ ਜਾਂਦੇ ਸੀਗੇ ਅਤੇ ਉਹਦੀ ਲਾਈਫ ਤਕਰੀਬਨ 150-200 ਸਾਲ ਤੱਕ ਰਹਿੰਦੀ ਸੀ, ਖਰਾਬ ਨਹੀਂ ਸੀ ਹੁੰਦੇ। ਬੜੀ ਖੂਬਸੂਰਤ ਗੱਲ ਹੈ, ਪਰ ਇੱਥੇ ਮਿਹਨਤ ਵੀ ਬੜੀ ਲੱਗਦੀ ਹੋਊਗੀ ਨਾ। ਗਿੱਲੇ ਦੇ ਉੱਪਰ ਬੜੀ ਜਲਦੀ ਵੀ ਕਰਨਾ ਆ, ਔਰ ਕਰਨਾ ਵੀ ਬਹੁਤ ਖੂਬਸੂਰਤ ਹੈ। ਉਹ ਬੰਦੇ ਨੂੰ ਕਿਤੇ ਨਾ ਕਿਤੇ ਬਹੁਤ ਟਾਈਮ ਲੱਗਣ ਵਾਲੀ ਚੀਜ਼ ਬੜੀ ਜਲਦੀ ਵੀ ਕਰਕੇ ਦੇਣੀ ਪੈਂਦੀ ਹੈ। ਪਿਤਾ ਜੀ ਦੱਸਦੇ ਹੁੰਦੇ ਸੀਗੇ ਕਿ ਕਿਸੇ ਨੇ ਮੁਲਕ ਰਾਜ ਆਨੰਦ ਹੋਏ ਨੇ, ਉਹ ਆ ਕੇ ਵੇਖਦੇ ਸੀਗੇ, ਬੜੇ ਵੱਡੇ ਉਹ ਹਿਸਟੋਰੀਅਨ ਨੇ ਇੰਡੀਆ ਦੇ, ਜੀ ਹੁਣ ਤਾਂ ਨਹੀਂ ਹੈਗੇ। ਉਹ ਦੱਸਦੇ ਸੀਗੇ ਕਿ ਇੱਕ ਦਿਨ ਉਹਨਾਂ ਨੇ ਪੁੱਛਿਆ, ਅੰਮ੍ਰਿਤਸਰ ਦੇ ਸੀਗੇ ਉਹ ਰਹਿਣ ਵਾਲੇ, ਬਾਅਦ 'ਚ ਬੰਬੇ ਚਲੇ ਗਏ ਸੀਗੇ, ਅਤੇ ਇੱਕ ਮਾਰਗ ਮਸਾਲਾ ਉਹ ਕੱਢਦੇ ਹੁੰਦੇ ਸੀਗੇ। ਅਤੇ ਉਹਨਾਂ ਨੇ ਕਿਸੇ ਵੇਲੇ ਪੁੱਛ ਲਿਆ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਅਤੇ ਤੁਹਾਡੀ ਆ ਜਿਹੜੀ ਗਲੇ ਦੀ ਕੁੰਡੀ ਹੈ ਹਿੱਲਦੀ ਕਿਉਂ ਰਹਿੰਦੀ ਹੈ? ਅੱਛਾ ਜੀ। ਉਹ ਕਹਿੰਦੇ ਜੀ, ਉਹਨਾਂ ਨੇ ਦੱਸਿਆ ਦਾਦਾ ਜੀ ਨੇ ਕਿ ਮੈਂ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕਰਦਾ, ਤਦੇ ਮੇਰੇ ਕੋਲ ਉਹ ਕੰਮ ਹੁੰਦਾ ਹੈ। ਅੱਛਾ ਜੀ। ਅਤੇ ਇਹ ਇਹੋ ਜਿਹੇ ਮਹਾਂਪੁਰਸ਼ਾਂ ਦੇ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਦੀਵ ਹੀ ਹੋਣੇ ਚਾਹੀਦੇ, ਉਹਨਾਂ ਨੂੰ ਸੰਭਾਲਣਾ ਚਾਹੀਦਾ ਹੈ। ਸੋ
ਇਹ ਤਾਂ ਅਸੀਂ ਤੁਹਾਨੂੰ ਦਿਖਾ ਦਿੱਤਾ, ਪਰ ਜਿਹੜਾ ਖਜ਼ਾਨਾ ਸਤਪਾਲ ਸਿੰਘ ਦਾਨਿਸ਼ ਨੇ ਆਪਣੇ ਆਪ ਸੰਭਾਲਿਆ ਸੀਗਾ, ਅਸੀਂ ਉਹ ਖਜ਼ਾਨਾ ਵੀ ਹੁਣ ਤੁਹਾਨੂੰ ਦਿਖਾ ਰਹੇ ਹਾਂ। ਇਹ ਕੁਝ ਫੋਟੋਗ੍ਰਾਫਸ ਨੇ ਜਿਹੜੀਆਂ ਉਹ ਦਿਖਾਉਣਗੇ ਤੇ ਨਾਲ ਦੀ ਨਾਲ ਦੱਸਣਗੇ ਇਹ ਕਦੋਂ ਦੀਆਂ ਫੋਟੋਗ੍ਰਾਫਸ ਨੇ, ਕਦੋਂ ਖਿੱਚੀਆਂ ਗਈਆਂ ਸੀ। ਇਹ ਜਦੋਂ 1986 ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀਗਾ, ਉਹਦੇ ਵਿੱਚ ਅਨਾਉਂਸ ਕੀਤਾ ਸੀਗਾ ਜੀ ਕਿ ਜਿਹੜਾ ਅਕਾਲ ਤਖਤ ਦਾ ਸਰਕਾਰੀ ਅਕਾਲ ਤਖਤ ਬਣਾਇਆ ਸੀਗਾ ਉਹ ਪ੍ਰਵਾਨ ਨਹੀਂ ਸੀ ਕੀਤਾ ਗਿਆ ਤੇ ਉਹਨੂੰ ਢਾਉਣ ਦਾ ਮਤਾ ਪਾਸ ਕੀਤਾ ਗਿਆ ਸੀਗਾ। ਜੀ ਤੇ ਉਸ ਤੋਂ ਬਾਅਦ ਫਿਰ ਅਕਾਲ ਤਖਤ ਦਾ ਜਿਹੜਾ ਮਲਬਾ ਸੀਗਾ ਉਹ ਲੰਗਰ ਦੇ ਸਾਹਮਣੇ ਪਾਰਕ ਦੇ ਵਿੱਚ ਸੁੱਟਿਆ ਗਿਆ ਸੀਗਾ। ਤੇ ਇਹ ਉਸ ਸਮੇਂ ਦੀ ਤਸਵੀਰ ਹੈ, ਇਹ 1987 ਦੇ ਲਗਭਗ ਦੀ ਹੈ। ਇਹ ਮਲਬੇ ਦੀ ਤਸਵੀਰ ਹੈ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਲਬਾ ਸੀਗਾ। ਸੋ ਇਹ ਤਸਵੀਰ ਵੀ ਜ਼ਰੂਰ ਦੱਸਿਓ, ਇਹ ਜੋੜੀ ਦੀ ਲੱਗਦੀ ਹੈ। ਇਹ ਦਸਵੀਂ ਡਿਓੜੀ ਹੈ, ਉਸ ਸਮੇਂ ਦੀ ਹੈ, 1982-83 ਦੀ ਹੈ। ਉਸ ਸਮੇਂ ਜੋ ਵੀ ਉੱਥੇ ਨਜ਼ਰ ਆਉਂਦਾ ਸੀਗਾ ਉਹ ਸਾਰਾ ਕੁਝ ਓਰੀਜਨਲ ਸੀ। ਹੁਣ ਤੇ ਉਹ ਤਕਰੀਬਨ ਸਾਰਾ ਕੁਝ ਚੇਂਜ ਹੋ ਗਿਆ ਵਾ। 84 ਦੇ ਵਿੱਚ ਇਹਦੀ ਜਿਹੜਾ ਜਿੱਥੇ ਤੋਸ਼ਾਖਾਨਾ ਸੀਗਾ ਫਰੰਟ ਵੱਲੋਂ ਦਰਬਾਰ ਸਾਹਿਬ ਦੇ ਮੇਨ ਬਿਲਡਿੰਗ ਦੇ ਸਾਹਮਣੇ ਵੱਲੋਂ ਐਂਟਰ ਅੰਦਰ ਹੋਣ ਲੱਗਿਆ, ਉਹਦੇ ਸਾਹਮਣੇ ਗੋਲੇ ਵੱਜੇ ਸੀਗੇ ਜੀ। ਇਹ ਉਸ ਸਮੇਂ ਦੀ ਤਸਵੀਰ ਹੈ। ਦਸਵੀਂ ਜੋੜੀ ਦਾ ਦੂਜਾ ਪਾਸਾ ਜਿਹਦੇ ਵਿੱਚ ਗੋਲੇ ਵੱਜੇ ਸੀ, ਇੱਥੇ ਹੀ ਤੋਸ਼ਾਖਾਨਾ ਸੀ ਸਾਰਾ, ਜਿਹੜਾ ਉੱਪਰ ਸੀਗਾ ਤੋਸ਼ਾਖਾਨਾ ਦੂਜੀ ਮੰਜ਼ਿਲ ਤੇ ਸੀਗਾ, ਜਿਹੜਾ ਕਾਫੀ ਨੁਕਸਾਨ ਹੋਇਆ। ਕੁਝ ਚੀਜ਼ਾਂ ਸੜ ਵੀ ਗਈਆਂ ਸੀਗੀ, ਚਾਨਣੀ ਸੀ ਉਹ ਵੀ ਸੜ ਗਈ ਸੀਗੀ ਜੀ, ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਭੇਟਾ ਕੀਤੀ ਹੋਈ ਚਾਨਣੀ ਵਰਤੋਂ। ਔਰ ਤੁਸੀਂ ਅੰਦਰ ਤੋਸ਼ਾਖਾਨਾ ਦੇ ਵਿੱਚ ਜਾ ਕੇ ਜਿਹੜਾ ਸਮਾਨ ਉਹ ਜ਼ਰੂਰ ਕਿਤੇ ਦੇਖਿਆ? ਜ਼ਰੂਰ, ਉਹ ਵੀ ਮੈਂ ਦੇਖਿਆ ਵੀ, ਖਿੱਚਿਆ ਵੀ ਹੈ, ਜੋ ਉਸ ਵੇਲੇ ਹਾਲਾਤ ਸੀਗੇ। ਅੱਛਾ ਜੀ। ਸਾਰਾ ਕੁਝ ਧੁਆਖਿਆ ਗਿਆ ਸੀ, ਅੱਗ ਲੱਗ ਗਈ ਸੀ ਅੰਦਰ, ਉਹ ਸਾਰਾ ਉਸ ਤੋਂ ਬਾਅਦ ਮੈਂ ਜ਼ਰੂਰ ਉਹਨੂੰ ਕਵਰ ਕੀਤਾ ਹੋਇਆ ਹੈ। ਉਸ ਤੋਂ ਪਹਿਲਾਂ ਵੀ ਤੁਸੀਂ ਉਹ ਸਾਰਾ ਸਮਾਨ ਦੇਖਿਆ ਹੋਇਆ? ਹਾਂ ਦੇਖਿਆ, ਕਈ ਵਾਰੀ ਜਾਂਦੇ ਸੀਗੇ। ਤੇ ਉਹਦੀਆਂ ਫੋਟੋਆਂ ਵੀ ਕੈਪਚਰ ਹੋਣਗੀਆਂ? ਉਹ ਵੀ ਹੈਗੀਆਂ ਨੇ, ਜਿਹੜਾ ਕੋਈ VIP ਆਉਂਦਾ ਸੀਗਾ। ਅੱਛਾ ਜੀ। ਉਸ ਸਮੇਂ ਦੇ ਸਕੱਤਰ ਮੈਨੂੰ ਕਹਿੰਦੇ ਸੀ ਤੇ ਮੈਂ ਜਾ ਕੇ ਉਹਨਾਂ ਦੇ ਨਾਲ ਕਵਰ ਕਰਦਾ ਸੀਗਾ। ਉਸ ਸਮੇਂ ਵੀ ਤਸਵੀਰਾਂ ਜ਼ਰੂਰ ਹੈਗੀਆਂ। ਸੋ ਖਜ਼ਾਨਾ ਜਿਹੜਾ ਆ ਉਹ ਪਹਿਲਾਂ ਦਾ 1984 ਤੋਂ ਪਹਿਲਾਂ ਕੀ ਸੀਗਾ ਇੱਥੇ ਤੇ ਹੁਣ ਕੀ ਹੈ, ਔਰ 84 ਤੋਂ ਬਾਅਦ ਕਿਵੇਂ ਉਹ ਜਿਹੜਾ ਮਲੀਆ ਮੇਟ ਹੋ ਗਿਆ, ਉਹ ਸਾਰਾ ਖਜ਼ਾਨਾ ਇਹਨਾਂ ਦੇ ਕੋਲ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਵੀ ਕਿਤੇ ਨਾ ਕਿਤੇ ਜ਼ਰੂਰ ਆਉਂਦੀ ਹੈ, ਜਿਸ ਨੂੰ ਸਾੜ ਦਿੱਤਾ ਗਿਆ ਸੀ। ਉੱਥੇ ਕਿੰਨਾ ਕੁ ਸਿੱਖਾਂ ਦਾ ਇਤਿਹਾਸ ਖਜ਼ਾਨਾ ਮੌਜੂਦ? ਜਦੋਂ ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਖਿੱਚੀ ਸੀਗੀ, ਉਦੋਂ ਜਿਹੜੇ ਰੈਕਸ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਕੀਮਤੀ ਕਿਤਾਬਾਂ, ਹੱਥ ਲਿਖਤ ਬੀੜਾਂ ਜਾਂ ਹੋਰ ਰੱਖਿਆ ਹੁੰਦਾ ਸੀਗਾ, ਉਹ ਤੇ ਉੱਥੇ ਨਜ਼ਰ ਨਹੀਂ ਸੀ ਆਈ, ਕਿਉਂਕਿ ਪਹਿਲਾਂ ਹੀ ਅਕੋਰਡਿੰਗ ਟੂ SGPC ਉਹ ਚੁੱਕ ਕੇ ਲੈ ਗਏ ਸੀਗੇ ਜੀ। ਤੇ ਉਹ ਜਿਹੜਾ ਰੈਕ ਸੀਗੇ ਉਹ ਟੁੱਟੇ ਭੱਜੇ ਪਏ ਹੋਏ ਸੀ, ਸੜੇ ਸੁੜੇ ਹੋਏ, ਉਹਨਾਂ ਦੀਆਂ ਵੀ ਹੈਗੀਆਂ ਤਸਵੀਰਾਂ। ਤੇ ਹੁਣ ਉਹ ਪਤਾ ਨਹੀਂ ਸਰਕਾਰ ਕੋਲ ਹੈ ਕਿ ਕਿੱਥੇ ਹੈ, ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ। ਬਿਲਕੁਲ, ਕਿਉਂਕਿ ਅਜੇ ਤੱਕ ਉਹਦੇ ਬਾਰੇ ਕੋਈ ਤੁੱਖ ਜਿਹੜੀ ਉਹ ਨਹੀਂ ਨਿਕਲ ਸਕੀ। ਸੋ ਜਿਹੜੀ ਪਹਿਲੀ ਤਸਵੀਰ ਸੀ ਦਿਖਾਈ ਸੀ, ਉਹਦੇ ਨਾਲ ਹੀ ਰਿਲੇਟਡ ਮਲਬੇ ਦੇ ਵਿੱਚੋਂ ਵੀ ਤਕਰੀਬਨ 30-34 ਦੇ ਲੱਗ ਜਾਗੇ ਡੈਡ ਬੋਡੀਜ਼ ਮਿਲੀਆਂ ਸੀ, ਜਿਹੜੀਆਂ ਕਿ ਹੱਡੀਆਂ ਹੀ ਸੀਗੀਆਂ ਬਸ। ਇਹ ਕਿਹੜੀ ਸੰਨ ਦੀ ਗੱਲ ਹੈ? ਕਿਉਂਕਿ ਮਲਬਾ ਤਾਂ 1984 ਤੋਂ ਬਾਅਦ 87 ਦੇ ਵਿੱਚ ਜਦੋਂ ਸਰਬੱਤ ਖਾਲਸੇ ਤੋਂ ਬਾਅਦ ਅਨਾਉਂਸ ਹੋਇਆ ਸੀ ਅਕਾਲ ਤਖਤ ਢਾਹ ਦਿਓ, ਸਰਕਾਰੀ ਅਕਾਲ ਤਖਤ ਸਾਹਿਬ ਢਾਉਣ ਤੋਂ ਬਾਅਦ ਇਹ ਜਿਹੜੀ ਤਸਵੀਰ ਸਾਹਮਣੇ ਆਈ ਸੀ, ਔਰ ਇਹ ਤਸਵੀਰ ਵੀ 1984 ਦੇ ਲਗਭਗ। ਇਹ 84 ਜਦੋਂ ਪਹਿਲੀ ਵਾਰੀ ਸ੍ਰੀ ਹਰਿਮੰਦਰ ਸਾਹਿਬ ਨੂੰ ਪਬਲਿਕਲੀ ਖੋਲ੍ਹਿਆ ਗਿਆ ਸੀਗਾ, ਉਦੋਂ ਇਹ ਰਾਮਗੜੀਆ ਬੂੰਗੇ ਦੇ ਉੱਤੇ ਲੋਕੀ ਚੜ੍ਹ ਕੇ ਦੇਖ ਰਹੇ ਸੀ ਕਿ ਸਾਰਾ ਮਾਹੌਲ ਜੀ। ਤੇ ਇਹ ਸਾਰਾ ਕੁਝ ਬੰਬਾਂ ਦੇ ਨਾਲ ਤਬਾਹ ਹੋਇਆ ਸੀ ਤੇ ਲੋਕੀ ਵੇਖਦੇ ਸੀ ਸਾਰਾ ਆਲਾ ਦੁਆਲਾ ਕਿ ਕਿਹੜੀ ਚੀਜ਼ ਨੁਕਸਾਨੀ ਗਈ ਹੈ। ਇਹ ਬੂੰਗਾ ਰਾਮਗੜੀਆ ਹੈ? ਹਾਂਜੀ, ਇਹ ਬੂੰਗਾ ਰਾਮਗੜੀਆ। ਤੇ ਜਿਹੜਾ ਹੁਣ ਬਣਿਆ ਹੋਇਆ ਇਹਨੂੰ ਫਿਰ ਰਿਨੋਵੇਟ ਕੀਤਾ ਗਿਆ? ਇਹ ਉਸ ਤੋਂ ਬਾਅਦ ਫਿਰ ਜਦੋਂ ਹੁਣ ਪਿਛਲੇ 10 ਸਾਲ 7-8 ਸਾਲ ਤੋਂ ਬਾਅਦ ਅੱਜ ਤੋਂ ਇਹਨਾਂ ਨੇ ਦੁਬਾਰਾ ਉਹਨੂੰ ਬਾਥਰੂਮ ਟਾਇਲਸ ਬਾਹਰ ਲਾ ਕੇ ਉਹਨੂੰ ਨਵਾਂ ਬਣਾ ਦਿੱਤਾ। ਜਿਹੜੀ ਪੁਰਾਤਨਤਾ ਸੀਗੀ, ਜਿਹੜੀ ਪੁਰਾਤਨਤਾ ਦੀ ਖੁਸ਼ਬੂ ਸੀ ਉਸ ਸਮੇਂ ਦੀ, ਉਹ ਹੁਣ ਨਜ਼ਰ ਨਹੀਂ ਆਉਂਦੀ। ਹੁਣ ਤਾਂ ਆਮ ਲੱਗਦਾ ਕਿ ਜੇ ਐਸੇ ਦਹਾਕੇ ਦੇ ਵਿੱਚ ਇਹਨੂੰ ਬਣਾ ਦਿੱਤਾ ਗਿਆ ਹੈ।
ਤੁਸੀਂ ਰਾਮਗੜੀਆ ਬੁੰਗਾ ਵੀ ਅੰਦਰੋਂ ਵੀ ਜਾ ਕੇ ਦੇਖਿਆ ਹੋਊ, ਪਹਿਲਾਂ ਕਿੱਦਾਂ ਦੇ ਹਾਲਾਤ ਸੀ, ਹੁਣ ਵਾਲੇ ਤਸਵੀਰਾਂ ਤਾਂ ਸਾਡੇ ਸਾਹਮਣੇ ਨੇ, ਪਹਿਲਾਂ ਕਿਵੇਂ ਦਾ ਸੀਗਾ? ਪਹਿਲਾਂ ਜਿਹੜਾ ਸੀਗਾ ਉਹ ਬਿਲਕੁਲ ਸਧਾਰਨ ਸੀਗਾ, ਜੀ ਤੇ ਉਸ ਤੋਂ ਬਾਅਦ 84 ਦੇ ਵਿੱਚ ਵੀ ਅੰਦਰ ਵੀ ਕਾਫੀ ਕੁਝ ਨੁਕਸਾਨ ਹੋਇਆ ਸੀਗਾ। ਭੰਗੋੜੇ ਵੀ ਹੋਏ ਸੀ, ਬੰਬ ਵੀ ਵੱਜੇ ਹੋਏ ਸੀ, ਕੰਧਾਂ ਵੀ ਪਾੜੀਆਂ ਗਈਆਂ ਸੀਗੀਆਂ। ਜੀ ਉਸ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਨੇ ਅੰਦਰ ਰਿਪੇਅਰ ਕਰ ਦਿੱਤੀ ਸਾਰੀ, ਤੇ ਉਹ ਪੁਰਾਣੀ ਦਿੱਖ ਤੇ ਜ਼ਰੂਰ ਰੱਖੀ ਹੈ, ਪਰ ਉਹ ਸਾਰੀ ਰਿਪੇਅਰ ਨਜ਼ਰ ਆਉਂਦੀ ਹੈ। ਹੁਣ ਜਿਹੜੇ ਭੰਗੋੜੇ ਸੀਗੇ ਉਹ ਉਹਨਾਂ ਨੂੰ ਉੱਦਾਂ ਹੀ ਰੱਖਣਾ ਚਾਹੀਦਾ ਸੀਗਾ, ਕਮ ਸੇ ਕਮ ਲੋਕਾਂ ਨੂੰ 1984 ਨਾ ਭੁੱਲੇ। ਸਾਰੇ ਨੌਜਵਾਨੀ ਕਹਿੰਦੀ ਹੈ ਕਿ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ, ਪਰ ਭੁੱਲ ਅਸੀਂ ਜਾਵਾਂਗੇ ਕਿਉਂਕਿ ਅਸੀਂ ਸੰਭਾਲ ਨਹੀਂ ਸਕੇ। ਨਹੀਂ, ਜਿਹੜੀ ਚੀਜ਼ ਅੱਖੋਂ ਪਰੇ ਕਰਤੀ ਜਾਵੇ ਨਾ, ਉਹ ਸਮਾਂ ਪਾ ਕੇ ਭੁੱਲ ਜਾਂਦੀ ਹੈ। ਨਵੀਂ ਜਨਰੇਸ਼ਨ ਨੂੰ ਸਾਡੇ ਕੋਲ ਦਿਖਾਉਣ ਜੋਗਾ ਕੁਝ ਵੀ ਨਹੀਂ, ਸੁਸਾਇਟੀ ਕੋਲ ਕੁਝ ਨਹੀਂ। ਧਰਮ ਦੇ ਜਿਹੜੇ ਸੰਤ ਮੰਤ ਜੋ ਵੀ ਬਣੇ ਹੋਏ ਆ, ਡੇਰਿਆਂ ਵਾਲੇ ਅਤੇ ਸਰਾਵਾਂ ਵਾਲੇ ਜਾਂ ਹੋਰ ਕਈ ਕੁਝ, ਉਹਨਾਂ ਕੋਲ ਕੁਝ ਨਹੀਂ ਸਿਵਾਏ ਨਵੀਆਂ ਬਿਲਡਿੰਗਾਂ ਬਣਾਉਣ ਤੋਂ। ਗੁਰੂ ਰਾਮਦਾਸ ਸਰਾਂ ਦੇ ਵਿੱਚ ਕੀ ਕੁਝ ਵਾਪਰਿਆ ਸੀਗਾ, ਤੁਹਾਨੂੰ ਜੇ ਕੁਝ ਯਾਦ ਪਤਾ ਹੋਵੇ ਤਾਂ? ਗੁਰੂ ਰਾਮਦਾਸ ਸਰਾਂ ਦੇ ਵਿੱਚ ਵੀ 84 ਦੇ ਵਿੱਚ ਕਾਫੀ ਨੁਕਸਾਨ ਹੋਇਆ, ਉੱਥੇ ਵੀ ਲੋਕੀ ਕਾਫੀ ਮਰੇ ਨੇ। ਉਹਨਾਂ ਦਾ ਜਿਹੜਾ ਸਿਸਟਮ ਹੈ ਕਮੇਟੀ ਵਾਲਿਆਂ ਦਾ, ਉਹ ਉਹਨਾਂ ਦੀ ਜਿਹੜੀ ਮੈਜੋਰਟੀ ਆ ਮੈਂਬਰਾਂ ਦੀ, ਉਹ ਜੋ ਕਹਿੰਦੀ ਉਹ ਕੁਝ ਹੋਣਾ। ਪਬਲਿਕ ਨੂੰ ਨਹੀਂ ਪੁੱਛਿਆ ਜਾਂਦਾ, ਬਾਕੀ ਉਹ ਜੋ ਕਰਦੇ ਨੇ ਆਪਣੇ ਹਿਸਾਬ ਨਾਲ ਠੀਕ ਕਰਦੇ ਹੋਣਗੇ, ਪਰ ਉਹ ਜਿਹੜੀ ਰਵਾਇਤ ਹੈ ਪੁਰਾਣਾ ਵਿਰਸਾ ਸਾਂਭਣ ਦੀ, ਉਹ ਨਜ਼ਰ ਨਹੀਂ ਆਉਂਦੀ। ਸੋ ਜਿਹੜੀ ਇਹ ਜਿਵੇਂ ਵਿਰਾਸਤਾਂ ਨੂੰ ਸਾਂਭਣ ਦੀਆਂ ਗੱਲਾਂ ਆ ਗਈਆਂ, ਉਵੇਂ ਹੀ ਇਹ ਇਮਾਰਤ ਜਿਹੜੀ ਗੁਰੂ ਰਾਮਦਾਸ ਸਰਾਂ ਹੈ, ਜਿਸ ਨੂੰ ਗਰੀਬਾਂ ਦਾ ਮਹਿਲ ਵੀ ਕਿਹਾ ਜਾਂਦਾ ਹੈ, ਕਿਉਂਕਿ ਤੁਸੀਂ ਇੱਥੇ ਵਿਚਰਦੇ ਹੋਵੋਗੇ 100 ਰੁਪਇਆ ਦੇ ਕੇ ਤੇ ਵਾਪਸ ਸਵੇਰੇ ਫੇਰ ਲੈ ਜਾਂਦੇ ਨੇ ਜਿਹੜੀ ਵੀ ਸੰਗਤ ਆਉਂਦੀ ਹੈ, ਕਿਉਂਕਿ ਕਈ ਲੋਕ ਨਹੀਂ ਦੇਣ ਜੋਗੇ ਨੇ। ਔਰ ਇਸ ਹਾਲਾਤ ਦੇ ਨਾਲ ਤਾਂ ਇਹ ਇਮਾਰਤ ਸੰਭਾਲਣੀ ਜ਼ਰੂਰੀ ਹੈ, ਜਾਂ ਇੱਥੇ ਢਾਹ ਕੇ ਜਿਹੜੀ ਨਵੀਂ ਬਣਾ ਲੈਣੀ ਚਾਹੀਦੀ ਹੈ? ਨਹੀਂ, ਇਹ ਰਿਪੇਅਰ ਵੀ ਹੋ ਸਕਦੀ ਹੈ, ਉਹਨੂੰ ਨਵੇਂ ਤਰੀਕੇ ਦੇ ਨਾਲ ਨੂੰ ਉਹਦੇ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਵਾ, ਪਰ ਉਹਦੀ ਜਿਹੜੀ ਦਿੱਖ ਹੈ 100 ਸਾਲ ਪੁਰਾਣੀ, ਉਹ ਰਹਿਣੀ ਚਾਹੀਦੀ ਹੈ। ਅਤੇ ਕਿਉਂਕਿ ਇਹ ਸਰਾਂ ਜਿਹੜੀ ਹੈ ਤਕਰੀਬਨ ਉਹ ਬੰਦੇ ਆਉਂਦੇ ਨੇ ਜਿਹੜੇ ਵਿਚਾਰੇ ਬਹੁਤ ਗਰੀਬ ਹੁੰਦੇ ਨੇ, ਜਾਂ ਜਿਹਨਾਂ ਕੋਲ ਪੈਸਾ ਨਹੀਂ ਹੁੰਦਾ, ਉਹ ਆ ਕੇ ਇੱਥੇ ਰਹਿਣ ਬਸੇਰਾ ਕਰਦੇ ਨੇ। ਇੱਕ ਦਰਜੀ ਵੀ ਉੱਥੇ ਅਸੀਂ ਦੇਖਿਆ ਇੱਕ ਦਰਜੀ ਵੀ ਹੁੰਦਾ ਸੀਗਾ, ਹੁਣ ਵੀ ਬੈਠਿਆ ਹੋਇਆ। ਹੁਣ ਹਾਂਜੀ, ਉਹਨਾਂ ਦੇ ਕੱਪੜੇ ਪ੍ਰੈਸ ਕਰਨ ਵਾਲਾ ਵੀ ਹੁੰਦਾ ਸੀ ਕਿਸੇ ਜ਼ਮਾਨੇ 'ਚ, ਮੈਂ ਆਪ ਵੇਖਿਆ ਵਾ। ਅੱਛਾ ਜੀ। ਹਾਂਜੀ, ਇੱਦਾਂ ਹੀ ਉਹ ਚੱਲਦਾ ਸੀਗਾ, ਪਰ ਉਹ ਜਿਹੜਾ ਪੈਸੇ ਦੇਣ ਵਾਲੇ ਉਹ ਜ਼ਰੂਰ ਵੱਡੇ ਸਰਾਵਾਂ 'ਚ ਰਹਿੰਦੇ ਨੇ, ਪਰ ਇੱਥੇ ਆ ਕੇ ਜਿਹੜੇ ਮਾਤਰ ਸਾਥੀ ਨੇ ਉਹ ਰਹਿੰਦੇ ਨੇ। ਮੈਂ ਵੀ ਇਸੇ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਉਸ ਟਾਈਮ ਮੇਰਾ ਰੇਡੀਓ ਚਲਾਉਂਦਾ ਸੀਗਾ, ਜੀ ਅੰਮ੍ਰਿਤ ਵੇਲਾ ਰੇਡੀਓ ਨਾਂ ਸੀ ਰੇਡੀਓ ਤੋਂ, ਜਿਹੜਾ ਲੰਡਨ ਤੋਂ ਟੈਲੀਕਾਸਟ ਹੁੰਦਾ ਸੀਗਾ FM 'ਤੇ। ਜੀ ਦਰਬਾਰ ਸਾਹਿਬ ਤੋਂ ਕੀਰਤਨ ਕਥਾ ਅਤੇ ਵਾਕ ਜਿਹੜਾ ਸੀਗਾ ਉਹ ਡੇਲੀ, ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ, ਉਹ ਸਵੇਰੇ ਜਾ ਕੇ ਵਾਪਸ ਆ ਕੇ ਅਤੇ ਫਿਰ 9 ਵਜੇ ਮੇਰਾ ਪ੍ਰੋਗਰਾਮ ਪਹਿਲਾਂ ਹੁੰਦਾ ਸੀ ਉੱਥੇ। ਉਹਨਾਂ ਸਰਾਂ ਦੇ ਕਮਰੇ ਵਿੱਚ ਹੀ ਮੈਂ ਸਾਰਾ ਰਿਕਾਰਡਿੰਗ ਕਰਦਾ ਸੀਗਾ ਉੱਥੇ, ਕਿਉਂਕਿ ਉਹਦਾ ਸਿਸਟਮ ਅਸੀਂ ਬਣਾਇਆ ਹੋਇਆ ਸੀਗਾ, ਅੰਦਰ ਦਾ ਜਿੰਨਾ ਵੀ ਆਵਾਜ਼ ਹੈ ਉਹ ਉਸ ਕਮਰੇ 'ਚ ਤਾਰ ਪਾ ਕੇ ਕਰਦੇ ਸੀਗੇ। ਇਹ ਬਕਾਇਦਾ ਮਨਜ਼ੂਰੀ ਲਈ ਹੋਈ ਸੀ, ਸ਼੍ਰੋਮਣੀ ਕਮੇਟੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਉਹ ਮਨਜ਼ੂਰੀ ਦਿੱਤੀ ਸੀਗੀ ਕਰਨ ਦੀ। ਨਹੀਂ, ਵੈਸੇ ਤਾਂ ਚਲੋ ਪ੍ਰਚਾਰ ਜਿਹੜਾ ਹੈ ਉਹ ਕਰਨ ਦੇ ਲਈ ਤਾਂ ਸਾਡੇ ਗੁਰੂ ਸਾਹਿਬਾਨ ਨੇ ਹੀ ਕਿਹਾ ਹੋਇਆ, ਗੁਰੂ ਸਾਹਿਬ ਗਏ ਨੇ, ਸੋ ਇਹ ਤਾਂ ਇੱਕ ਹਿਸਾਬ ਦਾ ਪ੍ਰਚਾਰ ਹੀ ਸੀਗਾ। ਉਹ ਬਿਲਕੁਲ ਟੋਟਲੀ ਪ੍ਰਚਾਰ ਸੀਗਾ, ਉਹਦੇ ਵਿੱਚ ਕੋਈ ਕਮਰਸ਼ੀਅਲ ਕੰਮ ਨਹੀਂ ਸੀਗਾ। ਉਹ ਲੇਡੀ ਸੀਗੀ ਇੰਗਲੈਂਡ ਦੀ, ਉਹ ਲੱਕੀ ਢਿੱਲੋਂ ਉਹਦਾ ਨਾਂ ਸੀਗਾ, ਉਹ ਚਲਾਉਂਦੇ ਸੀ ਪ੍ਰੋਗਰਾਮ। ਉਸ ਤੋਂ ਬਾਅਦ ਫਿਰ ਉਹਨਾਂ ਦੀ ਡੈਥ ਹੋ ਗਈ, ਅਤੇ ਉਸ ਤੋਂ ਬਾਅਦ ਫਿਰ ਕਈ ਰੇਡੀਓ ਵਾਲੇ ਉੱਠ ਕੇ, ਅਤੇ ਹੁਣ ਤਾਂ ਲੋੜ ਹੀ ਕੋਈ ਨਹੀਂ ਗੀ ਇਹੋ ਜਿਹੇ ਕੰਮ ਕਰਨ ਦੀ, ਸਾਰਾ ਕੁਝ ਮੀਡੀਆ ਹੀ ਬਦਲ ਗਿਆ। ਜੀ ਬਿਲਕੁਲ, ਹੁਣ ਤਾਂ ਸਭ ਕੁਝ ਚੇਂਜ ਹੋ ਜਾਏ, ਟੈਕਨੋਲੋਜੀ ਚੇਂਜ ਹੋ ਚੁੱਕੀ ਹੈ, ਹਰ ਕਿਸੇ ਦੇ ਫੋਨ ਦੇ ਉੱਪਰ ਸਭ ਕੁਝ ਆਉਂਦਾ ਹੈ। ਸੋ ਇੰਨਾ ਸਮਾਂ ਤੁਸੀਂ ਗੁਰੂ ਘਰ ਦੇ ਨਾਲ ਜੁੜੇ ਹੋਏ ਹੋ, ਅੱਗੇ ਇੱਕ ਮੈਂ ਪੇਂਟਿੰਗਸ ਇੱਕ ਵਾਰ ਜ਼ਰੂਰ ਇਹ ਦਿਖਾ ਦਿਓ ਪੁਰਾਣੀਆਂ ਜਿਹੜੀਆਂ ਨੇ, ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪਹਿਲੀ ਵਾਲੀ ਉਹ ਪੇਂਟਿੰਗ ਵੀ ਜ਼ਰੂਰ ਦਿਖਾਓ ਜ਼ਰਾ।
ਔਰ ਸੈਂਟਰ ਦੇ ਵਿੱਚ ਸ਼੍ਰੀ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਜਿਹੜੀ ਪੇਂਟਿੰਗ ਹੈ ਇਹ ਅੱਜ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜੇ ਇੱਥੋਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਘਟ ਗਿਆ ਟ੍ਰੈਂਡ ਫੋਟੋਗ੍ਰਾਫੀ ਦਾ ਜਾਂ ਪ੍ਰਿੰਟਿੰਗ ਦਾ ਟ੍ਰੈਂਡ ਜਿਹੜਾ ਆ ਇਹਦੇ ਵਿੱਚ ਜ਼ਿਆਦਾ ਆ ਗਿਆ। ਪੇਂਟਿੰਗ ਦਾ ਜਿਹੜਾ ਟ੍ਰੈਂਡ ਹੈ ਨਾ ਉਹ ਸਿੱਖ ਧਰਮ ਦੇ ਵਿੱਚ ਮਾਈਨਸ ਜਿਹਾ ਹੋ ਗਿਆ ਜੀ ਲੋਕਾਂ ਨੂੰ ਚੰਗੇ ਚੰਗੇ ਪੜ੍ਹੇ ਲਿਖੇ ਲੋਕਾਂ ਨੂੰ ਸਮਝ ਨਹੀਂ ਕਿ ਪੇਂਟਿੰਗ ਦੀ ਜਿਹੜੀ ਵੈਲਿਊ ਕੀ ਹੋਣੀ ਚਾਹੀਦੀ ਹੈ ਤੇ ਕੀ ਹਿਸਾਬ ਨਾਲ ਉਹਨੂੰ ਉਹਦੀ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਸੋ ਦਰਬਾਰ ਸਾਹਿਬ ਦੀ ਜਿਹੜੀ ਉਹ ਸਾਹਮਣੇ ਵਾਲੀ ਪੇਂਟਿੰਗ ਹੈ ਉਹ ਸਾਰਾ ਕੁਝ ਇਹ 1854 ਦੀ ਹੈ। ਇਹ ਵਿਲੀਅਮ ਕਾਰਪੈਂਟਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਆਰਟਿਸਟ ਹੋਇਆ ਸੀਗਾ ਇੰਗਲੈਂਡ ਦਾ। ਇਹ ਉਹਦੀ ਬਣੀ ਹੋਈ ਹੈ। ਉਸ ਦੀਆਂ ਹਵੇਲੀਆਂ ਅਕਾਲ ਤਖਤ ਦੇ ਬਿਲਡਿੰਗ ਦੇ ਨਾਲ ਬੂਗੇ ਤੇ ਦਰਖਤ ਸਾਰਾ ਏਰੀਆ ਹੀ ਦਰਖਤਾਂ ਨਾਲ ਭਰਿਆ ਪਿਆ ਸੀਗਾ ਜਿਹੜੇ ਹੁਣ ਸਵਾਏ ਧੁੱਪ ਤੋਂ ਪ੍ਰਕਰਮਾਂ ਦੇ ਵਿੱਚ ਕੁਝ ਵੀ ਨਹੀਂ। ਵਿਰਾਸਤੀ ਮਾਰਗ ਵਿੱਚ ਵੀ ਸਵਾਏ ਧੁੱਪ ਤੋਂ ਕੁਝ ਨਹੀਂ। ਵਿਰਾਸਤੀ ਮਾਰਗ ਜਿਹੜਾ ਹੈ ਉਹ ਤੇ ਮੈਂ ਮੰਨਦਾ ਹੀ ਨਹੀਂ ਉਸ ਚੀਜ਼ ਨੂੰ ਕਿਉਂਕਿ ਉਹ ਜਦੋਂ ਤੁਸੀਂ ਹਾਲ ਬਿਹਾਰ ਤੋਂ ਬਾਹਰ ਆਓ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੁਹਾਨੂੰ ਉਹ ਵਿਰਾਸਤੀ ਮਾਰਗ ਤੇ ਲੱਗਦਾ ਹੀ ਨਹੀਂ। ਉਹ ਤਾਂ ਜੈਪੁਰ ਦਾ ਇੱਕ ਬਾਜ਼ਾਰ ਲੱਗਦਾ ਜਿਹਨਾਂ ਰਸਤਿਆਂ ਦੇ ਵਿੱਚੋਂ ਗੁਰੂ ਲੰਘ ਕੇ ਆਏ ਨੇ ਦਰਬਾਰ ਸਾਹਿਬ ਦੇ ਵਿੱਚ ਜਾਂ ਵਿਚਰੇ ਨੇ ਉਹ ਰਸਤੇ ਹੈ ਹੀ ਨਹੀਂ। ਉਹਨਾਂ ਰਸਤਿਆਂ 'ਚ ਤਾਂ ਖੁਸ਼ਬੂ ਹੀ ਨਹੀਂ ਆਉਂਦੀ ਗੁਰੂ ਸਾਹਿਬਾਨ ਦੀ। ਉਹ ਰਸਤੇ ਉਹਨਾਂ ਨੇ ਖਤਮ ਕਰ ਦਿੱਤੇ ਸਰਕਾਰ ਨੇ ਉਸ ਵੇਲੇ ਦੀ ਨੇ ਜੋ ਵੀ ਸੀ। ਉਹਨਾਂ ਨੂੰ ਉਹੀ ਦੇਖ ਰੱਖਣੀ ਚਾਹੀਦੀ ਸੀਗੀ। ਈਵਨ ਬਾਜ਼ਾਰ ਵੀ ਗੁਰੂ ਮਹਾਰਾਜ ਨੇ ਬਣਾਏ ਸੀਗੇ ਬੱਟੀ ਹਾਟਾ ਜਾਂ ਹੋਰ ਹਰ ਤਰ੍ਹਾਂ ਦੇ ਵਪਾਰੀ ਉੱਥੇ ਕਰਿੰਦੇ ਜਿਹੜੇ ਸੀ ਕੰਮ ਕਰਨ ਵਾਲੇ ਉਹ ਉੱਥੇ ਵਸਾਏ ਸੀ ਸਾਰੇ ਜਿਹੜੇ ਹੁਣ ਉੱਥੇ ਉਹ ਸਾਰਾ ਕੁਝ ਗਲਿਆਰੇ ਸੀ ਬਣ ਗਿਆ ਅਤੇ ਗਲਿਆਰਾ ਵੀ ਹੁਣ ਸਿਵਾਏ ਵਿਹਲੜਾਂ ਤੋਂ ਹੋਰ ਕੋਈ ਵੀ ਨਹੀਂ ਹੁੰਦਾ ਉੱਥੇ ਪਾਰਕਾਂ ਦੇ ਵਿੱਚ। ਗਲਿਆਰਾ ਤਾਂ ਹੁਣ ਖਤਮ ਹੋ ਚੱਲਿਆ। ਉਹ ਤੇ ਸਿਰਫ ਜਿਹੜੇ ਵਿਹਲੇ ਬੰਦੇ ਨੇ ਖਾਣ ਪੀਣ ਵਾਲੇ ਜਿਹੜੇ ਨੇ ਉੱਥੇ ਬੈਠੇ ਹੁੰਦੇ ਨੇ ਬਸ ਜਿਹੜੇ ਵੰਡਣ ਆਉਂਦੇ ਨੇ ਗੁਰਦੁਆਰਾ ਸਾਹਿਬਾਨ ਲੰਗਰ। ਬਿਲਕੁਲ। ਸੋ ਇਤਿਹਾਸ ਨੂੰ ਸਾਂਭਣ ਦੀ ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਇਤਿਹਾਸ ਕਿਵੇਂ ਸੰਭਾਲਿਆ ਗਿਆ। ਇੱਕ ਪਿੱਛੇ ਦਰਬਾਰ ਸਾਹਿਬ ਦੀ ਹੋਰ ਤਸਵੀਰ ਹੈ ਉਹ ਵੀ ਬੜੀ ਖੂਬਸੂਰਤ ਹੈ। ਇਹ ਕੀ ਕੁਛ ਬਿਆਨ ਕਰ ਰਹੀ ਹੈ? ਗੁਰੂ ਪਾਤਸ਼ਾਹ ਜੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਾਂ ਨਹੀਂ? ਉਸ ਵੇਲੇ ਦਾ ਮਾਹੌਲ ਜਿਹੜਾ ਸੀਗਾ ਮੈਂ ਥੋੜ੍ਹੀ ਐਡੀਸ਼ਨ ਕੀਤੀ ਸੀ ਮੇਰੀ ਪੇਂਟਿੰਗ ਹੈ ਮੈਂ ਐਡੀਸ਼ਨ ਕੀਤੀ ਸੀ ਉਹਦੇ ਕਿਉਂਕਿ ਉਹਦੇ ਵਿੱਚ ਗੁੰਬਦ ਇੱਕ ਨਜ਼ਰ ਆਉਂਦਾ ਪਿਆ ਵਾ ਉਸ ਪੇਂਟਿੰਗ ਦੇ ਵਿੱਚ ਅਤੇ ਮੈਂ ਮਹਿਸੂਸ ਕੀਤਾ ਕਿ ਜਿਹੜਾ ਗੁੰਬਦ ਬਣਿਆ ਹੋਇਆ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਪੂਜਾ ਪਾਠ ਹੁੰਦੀ ਹੋਵੇਗੀ। ਤਾਂ ਮੈਂ ਕੁਝ ਸਿੰਘ ਉੱਥੇ ਬਿਠਾਏ ਪੇਂਟਿੰਗ ਦੇ ਵਿੱਚ ਅਤੇ ਨਾਲ ਪੋਥੀ ਰੱਖੀ ਹੋਈ ਹੈ ਲੋਕ ਸੁਣਦੇ ਪਏ ਨੇ ਕਥਾ ਕਰ ਰਹੇ ਨੇ ਅਤੇ ਪ੍ਰਕਰਮਾਂ ਦੇ ਵਿੱਚ ਇਹੋ ਜਿਹੇ ਕਈ ਹੁੰਦੇ ਸੀਗੇ ਉਸ ਟਾਈਮ ਜਗ੍ਹਾ ਜਿੱਥੇ ਕਿ ਪਾਠ ਕਰਨ ਵਾਲੇ ਬੰਦੇ ਜਾਂ ਇਤਿਹਾਸ ਦੱਸਣ ਵਾਲੇ ਬੰਦੇ ਵੀ ਨਜ਼ਰ ਆਉਂਦੇ ਸੀ। ਅਸੀਂ ਆਪਣੇ ਦੇਖਣ ਦੀ ਗੱਲ ਕਰੀਏ ਤਾਂ ਬਾਬਾ ਸੰਤੋਖ ਸਿੰਘ ਹੁੰਦੇ ਸੀਗੇ ਇੱਕ ਕਥਾਕਾਰ ਹੁੰਦੇ ਸੀ। ਉਹ ਬਾਹਰ ਵਾਲੇ ਪਾਸੇ ਰੋਜ਼ ਸਵੇਰੇ 8-8:30 ਵਜੇ ਕਥਾ ਕਰਦੇ ਹੁੰਦੇ ਸੀ। ਇਵੇਂ ਹੀ ਉਦੋਂ ਇੱਥੇ ਵੀ ਕਥਾ ਹੁੰਦੀ ਬਿਲਕੁਲ ਹੁੰਦੀ ਹੋਊਗੀ ਜੀ। ਅਜੇ ਵੀ ਕਈ ਲੋਕ ਗੁਲਿਆਰੇ ਦੇ ਵਿੱਚ ਵੀ ਕਈ ਮਾਲਸ਼ ਕਰਨ ਵਾਲੇ ਹੱਡੀਆਂ ਦੇ ਦਰਦਾਂ ਨੂੰ ਠੀਕ ਕਰਨ ਵਾਲੇ ਕੋਈ ਨਾ ਕੋਈ ਬੰਦਾ ਬੈਠਾ ਹੀ ਹੁੰਦਾ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਨੇ ਉਹ ਤਾਂ ਆਪਣੀ ਸੇਵਾਵਾਂ ਸੰਗਤਾਂ ਵਾਸਤੇ ਉਹਨਾਂ ਨੂੰ ਅਰਪਣ ਕਰ ਹੀ ਦਿੰਦੇ ਨੇ। ਬੜੀਆਂ ਖੂਬਸੂਰਤ ਗੱਲਾਂ ਦੱਸੀਆਂ ਨੇ। ਇਹ ਮੈਨੂੰ ਲੱਗਦਾ ਹੈ ਕੁਝ ਜਿਹੜੀਆਂ ਡਰਾਇੰਗ ਹੈਗੀਆਂ ਨੇ ਉਹ ਕਿਹਦੀਆਂ ਨੇ ਜਿਹੜੀਆਂ ਪੈਨਸਿਲ ਦੀ ਇਹ ਸਾਡੇ ਤਾਇਆ ਜੀ ਸਨ ਭਾਈ ਸੁੰਦਰ ਸਿੰਘ ਉਹਨਾਂ ਦਾ ਨਾਂ ਸੀ। 17 ਸਾਲ ਦੀ ਉਮਰ ਦੇ ਵਿੱਚ 1919 ਦੇ ਜਲਿਆਂਵਾਲਾ ਬਾਗ ਕਾਂਡ ਦੇ ਵਿੱਚ ਉਹ ਸ਼ਹੀਦ ਹੋ ਗਏ ਸੀਗੇ। ਉਹਨਾਂ ਦੀਆਂ ਡਰਾਇੰਗਸ ਨੇ। ਸੋ ਉਹਨਾਂ ਦੀ ਡਰਾਇੰਗ ਤੇ ਨੀਚੇ ਉਹਨਾਂ ਦੀ ਪਿਕਚਰ ਮੈਨੂੰ ਲੱਗਦਾ ਹੈ ਦਿਖਾਈ ਉਹਨਾਂ ਦੀ ਪੋਰਟਰੇਟ ਹੈ ਉਹ ਪਿਤਾ ਜੀ ਨੇ ਬਣਾਈ ਸੀਗੀ। 1919 ਦੇ ਵਿੱਚ ਵੀ ਬੜੀ ਵੱਡੀ ਇਹਨਾਂ ਦੀ ਸ਼ਮੂਲੀਅਤ ਇਸ ਪਰਿਵਾਰ ਦੀ ਰਹੀ ਹੈ। ਇਹਨਾਂ ਦੇ ਤਾਇਆ ਜੀ ਨੇ ਪਿਤਾ ਜੀ ਤੋਂ ਵੱਡੇ ਜਿਹੜੇ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਸਾਕੇ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਸੀਗੇ। ਬੜੀ ਛੋਟੀ ਜੀ ਉਮਰ ਸੀਗੀ ਔਰ ਉਹ ਪੇਂਟਿੰਗ ਪੋਰਟਰੇਟ ਤੁਹਾਨੂੰ ਅੱਜ ਦਿਖਾਈ ਵੀ ਦੇ ਰਹੀ ਹੈ। ਜਿੱਥੇ ਨਕਾਸ਼ੀ ਦਾ ਕੰਮ ਸੰਭਾਲਿਆ ਸੀਗਾ, ਜਿੱਥੇ ਇਤਿਹਾਸ ਨੂੰ ਸੰਭਾਲਿਆ ਸੀਗਾ, ਜਿੱਥੇ ਜਿਹੜੀ ਸੀਗੀ ਗੁਰੂ ਘਰ ਦੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਦੋਂ ਲਿਖਿਆ ਸੀਗਾ ਸੰਤ ਕਰਤਾਰ ਸਿੰਘ ਜੀ ਦੇ ਜਿਹੜੇ ਹੈਗੇ ਸੀਗੇ ਇੱਕ ਹੋਰ ਵੀ ਜ਼ਿਕਰ ਆਉਂਦਾ ਸੀਗਾ ਤੁਹਾਡਾ ਮੰਗਲ ਚੇਂਜ ਕੀਤੇ ਸੀਗੇ ਜੀ
ਜੀ ਉਸ ਸਮੇਂ ਸੰਤ ਕਰਤਾਰ ਸਿੰਘ ਹੋਣੀ ਸਾਡੇ ਕੋਲ 1.5 ਸਾਲ ਰਹੇ ਨੇ। ਜੀ 1.5 ਸਾਲ ਦੇ ਵਿੱਚ ਉਹਨਾਂ ਦੀ ਨਿਗਰਾਨੀ ਹੇਠ ਅਸੀਂ ਜੀ ਸਾਰਾ ਕੰਮ ਕੀਤਾ ਸੀਗਾ, ਕਿਉਂਕਿ ਉਸ ਵੇਲੇ ਦੀ ਟੈਕਨੋਲੋਜੀ ਸੀ ਬੀੜ ਸਾਹਿਬ ਛਾਪਣ ਦੀ, ਉਹ ਬਲਾਕਾਂ ਨਾਲ ਹੁੰਦੀ ਸੀਗੀ, ਜੀ ਅਤੇ ਉਹ ਸਾਰੇ ਇਕੱਲੇ ਬਲਾਕ ਜਿਹੜੇ ਸੀ 1430 ਪੰਨੇ ਜਾਂ ਜਿੰਨੇ ਵੀ, ਉਹਨਾਂ ਦੀ ਸਾਰੀ ਸੁਧਾਈ ਅਸੀਂ ਇੱਥੇ ਤਕਰੀਬਨ 2 ਸਾਲ ਲੱਗੇ ਸੀਗੇ ਸਾਰੇ। ਅਤੇ ਸੰਤ ਬਾਬਾ ਠਾਰਾ ਸਿੰਘ ਅਤੇ ਸੰਤ ਜਰਨੈਲ ਸਿੰਘ ਇਹਨਾਂ ਵਾਸਤੇ ਰਸਦ ਲੈ ਕੇ ਆਉਂਦੇ ਹੁੰਦੇ ਸੀ, ਉਹਨਾਂ 'ਚੋਂ ਅਸੀਂ ਵੀ ਨਾਲ ਖਾ ਲੈਂਦੇ ਸੀਗੇ। ਛੋਟੇ ਸੀਗੇ ਉਦੋਂ, ਕਾਫੀ 1960 ਤੋਂ ਪਹਿਲਾਂ ਦੀਆਂ ਗੱਲਾਂ ਨੇ। 1960 ਤੋਂ ਪਹਿਲਾਂ ਦੀਆਂ ਗੱਲਾਂ ਹੈ। ਤਸਵੀਰਾਂ ਬਿਆਨ ਕਰਦੀਆਂ ਨੇ, ਤਸਵੀਰਾਂ ਇੰਨੀਆਂ ਜੋ ਸਾਨੂੰ ਇਤਿਹਾਸ ਦੱਸਦੀਆਂ ਨੇ। ਔਰ ਜਿੱਥੇ ਅਸੀਂ ਕਹਿੰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾਂ ਪਾਵਨ ਸਰੂਪ ਜਿਹੜਾ ਸੀਗਾ ਹੱਥ ਲਿਖਤ ਹੁੰਦਾ ਸੀ, ਫਿਰ ਉਸ ਤੋਂ ਬਾਅਦ ਬਲੌਕ ਦੇ ਨਾਲ ਆਇਆ ਪਹਿਲੀ ਵਾਰ। ਹਾਂ, ਇਹ ਹੱਥ ਲਿਖਤ ਤੋਂ ਬਾਅਦ ਜਦੋਂ ਬਲੋਕਾਂ ਦੀ ਕਾਰਡ ਕੱਢੀ, ਪ੍ਰਿੰਟਿੰਗ ਪ੍ਰੈਸ ਬਣ ਗਏ ਜੀ ਅਤੇ ਬਲੋਕ ਬਣਨੇ ਸ਼ੁਰੂ ਹੋ ਗਏ। ਉਹ ਫਿਰ ਬਲੋਕਾਂ ਦੇ ਰਾਹੀਂ ਹੀ ਪ੍ਰਿੰਟਿੰਗ ਹੁੰਦੀ ਸੀਗੀ, ਜੀ ਅਤੇ ਉਹ ਸ਼੍ਰੋਮਣੀ ਕਮੇਟੀ ਦੀ ਆਪਣੀ ਇੱਕ ਮਸ਼ੀਨ ਹੈਗੀ ਸੀ, ਉਹ ਹੀ ਪ੍ਰਿੰਟ ਕਰਦੇ ਸੀਗੇ। ਉਹ ਸਾਰਾ ਕੁਝ ਜਿਹੜਾ ਸਿਸਟਮ ਸੀ ਨਾ, ਬੜਾ ਔਖਾ ਅਤੇ ਮਿਹਨਤ ਵਾਲਾ ਸੀਗਾ, ਅਤੇ ਇਕੱਲੇ ਅੱਖਰਾਂ ਨੂੰ ਜੋੜਨਾ ਕਰਨਾ, ਟਿੱਪੀਆਂ ਸਿਹਾਰੀਆਂ ਬਿਹਾਰੀਆਂ, ਇੱਦਾਂ ਦਾ ਕੰਮ ਬੜਾ ਬਰੀਕ ਸੀਗਾ, ਅਤੇ ਉਹਨੂੰ ਅਸੀਂ ਨੇਪੜੇ ਚਾੜਿਆ ਸੀ। ਜਿਹੜੀ ਬਲੌਕ ਵਾਲੀ ਪ੍ਰਿੰਟਿੰਗ ਹੋਈ ਆ ਹੁਣ ਵਾਲੀ ਪ੍ਰਿੰਟਿੰਗ ਦੇ ਨਾਲੋਂ ਕਿੰਨੀ ਕੁ ਵੱਖਰੀ ਸੀ? ਉਹ ਤਾਂ ਹੁਣ ਤਾਂ ਜਿਹੜੀ ਅੱਜ ਦੀ ਟੈਕਨੋਲੋਜੀ ਉਹ ਤਾਂ ਬਹੁਤ ਐਡਵਾਂਸ ਹੈ। ਜੀ ਬਲੌਕ ਦੀ ਪ੍ਰਿੰਟਿੰਗ ਜਿਹੜੀ ਸੀ, ਜੇ 3 ਕਲਰ ਦਾ ਕੋਈ ਟਾਈਟਲ ਹੈ, 3 ਕਲਰ ਦੀ ਕੋਈ ਚੀਜ਼ ਛਾਪਣੀ ਹੈ, ਜੀ ਉਹਦੇ ਵਾਸਤੇ ਸਾਨੂੰ 3 ਬਲਾਕ ਬਣਾਉਣੇ ਪੈਂਦੇ ਸੀਗੇ। ਜੀ ਉਹਦੀ ਕਲਰ ਕਟਿੰਗ ਵਾਸਤੇ ਸਾਨੂੰ ਉਹਦੀ ਸਾਰੀ ਸਕੀਮ, ਉਹਦੀ ਕਲਰ ਕਰੈਕਸ਼ਨ ਕਰਨੀ ਪੈਂਦੀ ਸੀਗੀ। ਉਹ 3 ਵਾਰੀ ਛਪਦਾ ਸੀਗਾ। ਜੇ 4 ਕਲਰ ਹੈ, ਉਹ ਫਿਰ 4 ਬਲਾਕ ਬਣਾਉਂਦੇ ਸੀਗੇ, ਉਹ 4 ਵਾਰੀ ਛਪਦਾ ਸੀਗਾ। ਹੁਣ ਤਾਂ ਇੱਕੋ ਹੀ ਤਕਨੀਕ ਦੇ ਵਿੱਚ, ਅੱਜ ਦੀ ਤਕਨੀਕ ਦੇ ਵਿੱਚ ਤੁਸੀਂ ਭਾਵੇਂ ਤੁਸੀਂ 10 ਕਲਰ ਜਾਂ 12 ਕਲਰ ਤੁਸੀਂ ਛਾਪ ਸਕਦੇ ਹੋ। ਹੁਣ ਤਾਂ ਬਹੁਤ ਸੌਖਾ ਹੋ ਗਿਆ ਕੰਮ। ਅੱਖਰਾਂ ਦਾ ਜਿਹੜਾ ਡਿਜ਼ਾਈਨ ਸੀਗਾ ਉਹ ਕਿੱਦਾਂ ਦਾ ਸੀ ਉਦੋਂ ਬਲੌਕ ਦਾ ਤੇ ਹੁਣ ਵਾਲਾ? ਸੇਮ ਹੀ ਸੀਗਾ? ਉਦੋਂ ਵੀ ਸੇਮ ਹੀ ਸੀਗਾ। ਹੁਣ ਤੇ ਫੌਂਟ ਬਹੁਤ ਆ ਗਏ ਨੇ ਜੀ, ਤੇ ਉਦੋਂ ਜਿਹੜਾ ਸੀਗਾ ਉਹ ਸਧਾਰਨ ਸੀ, ਜਿਹੜਾ ਅਖਬਾਰੀ ਫੌਂਟ ਸੀਗਾ ਉਹੀ ਕੁਝ ਸੀਗਾ। ਉਹ ਵੱਡਾ ਛੋਟਾ ਹੋ ਸਕਦਾ, ਪਰ ਫੌਂਟ ਦਾ ਜਿਹੜਾ ਉਹ ਸਾਈਜ਼ ਸੀਗਾ ਉਹ ਇੱਕੋ ਸੀ। ਸੋ ਬੜੀਆਂ ਹੀ ਖੂਬਸੂਰਤ ਗੱਲਾਂ ਦੱਸੀਆਂ ਨੇ। ਔਰ ਇੱਕ ਵਾਰੀ ਮੈਂ ਤੁਹਾਨੂੰ ਦੁਕਾਨ ਇੱਥੇ ਜੀ ਮੈਂ ਜ਼ਰੂਰ ਰਹਿ ਗਈ ਹੈ, ਦੱਸੋ ਜੀ। ਕਿਉਂਕਿ ਗੁਰਬਾਣੀ ਕੈਲੀਗ੍ਰਾਫੀ ਜਿਹੜਾ ਉਹ ਮੇਰਾ ਬੇਟਾ ਕਰਦਾ ਹੈ ਜੀ ਤੇ ਉਹਦਾ ਕੰਮ ਜਿਹੜਾ ਵਾ ਬਾਹਰਲੇ ਬੰਦੇ ਬਹੁਤ ਲਾਈਕ ਕਰਦੇ ਨੇ ਜੀ, ਉਹਨਾਂ ਦਾ ਵੀ ਸਾਨੂੰ ਜ਼ਰੂਰ ਦਿਖਾਓ ਕਿ ਜਿਹੜੀ ਅਗਲੀ ਪੀੜ੍ਹੀ ਹੈ ਉਹ ਵੀ ਕਿਤੇ ਨਾ ਕਿਤੇ ਗੁਰਬਾਣੀ ਕੈਲੀਗ੍ਰਾਫੀ ਕਰਕੇ ਇਸ ਕੰਮ ਦੇ ਵਿੱਚ ਵੱਡਮੁੱਲਾ ਜਿਹੜਾ ਯੋਗਦਾਨ ਪਾ ਰਹੇ ਨੇ। ਚੌਥੀ ਪੀੜ੍ਹੀ ਹੈ, ਸੋ ਬੜੀ ਖੂਬਸੂਰਤ ਬਣਾਇਆ ਹੋਇਆ ਹੈ। ਔਰ ਅਗਲੀਆਂ ਪੀੜ੍ਹੀਆਂ, ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਵੀ ਇਸ ਕੰਮ ਵਿੱਚ ਲੱਗੀਆਂ ਹੋਈਆਂ ਨੇ, ਅਤੇ ਜਿਹੜਾ ਬਾਖੂਬੀ ਪਸੰਦ ਵੀ ਜਿਹੜਾ ਬਹੁਤ ਖੂਬਸੂਰਤ ਲਿਖਿਆ ਵੀ ਹੋਇਆ। ਆਪਣੇ ਮਨ ਨੂੰ ਵੀ ਬੜੀ ਸ਼ਾਂਤੀ ਜਿਹੜੀ ਆ ਇਸ ਨੂੰ ਦੇਖ ਕੇ ਮਿਲਦੀ ਆ, ਕਿਉਂਕਿ ਇਹ ਹੂ ਬਹੂ ਉਹ ਚੀਜ਼ਾਂ ਦਿਖਾਉਂਦੀ ਹੈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਵੇਂ ਲਿਖਿਆ ਹੋਇਆ ਹੁੰਦਾ, ਉਸੇ ਹੀ ਤਰੀਕੇ ਦੇ ਨਾਲ ਇਹ ਅੱਖਰ ਨੇ ਜਿਹੜੇ ਮੂੰਹੋਂ ਬੋਲਦੇ ਨੇ। ਸੋ ਇਹਦੇ ਨਾਲ ਤੁਹਾਨੂੰ ਅਸੀਂ ਜੀ ਇਹ ਤੁਹਾਨੂੰ ਅਸੀਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ, ਇਹ ਵੀ ਜਿਹੜੀ ਇਹਨਾਂ ਦੇ ਬੇਟਾ ਦੁਆਰਾ ਬਣਾਈ ਗਈ ਹੈ। ਇਹ ਤਸਵੀਰਾਂ ਵੀ ਤੁਸੀਂ ਦੱਸੋ, ਇਹ ਮੈਨੂੰ ਬੜੀਆਂ ਪੁਰਾਤਨ ਲੱਗਦੀਆਂ ਨੇ ਇਹ ਤਸਵੀਰਾਂ। 100 ਸਾਲ ਪੁਰਾਣੀਆਂ ਤਸਵੀਰਾਂ ਨੇ। ਔਰ ਕਿੰਨੇ ਬਣਾਈਆਂ ਨੇ? ਇਹ ਸਾਡੇ ਦਾਦਾ ਜੀ ਨੇ, ਭਾਈ ਗਿਆਨ ਸਿੰਘ ਨਕਾਸ਼। ਇਹ 4-5 ਤਸਵੀਰਾਂ ਨੇ। ਇਹ ਤੁਹਾਨੂੰ ਖੂਬਸੂਰਤ ਤਸਵੀਰਾਂ ਦੱਸ ਰਹੀਆਂ ਨੇ ਕਿ ਇਹ ਅਸਲ ਵਿੱਚ ਹੈ ਕੀ ਨੇ, ਉਦੋਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਬਣਦੀਆਂ ਸੀਗੀਆਂ। ਹਰ ਇੱਕ ਚੀਜ਼ ਜਿਹੜੀ ਆ ਬੜੀ ਸੋਹਣੀ, ਬੜੀ ਪਿਆਰੀ। ਔਰ ਉਦੋਂ ਕਲਰ ਰੰਗ ਜਿਹੜੇ ਉਹ ਕਿਵੇਂ ਹੁੰਦੇ ਸੀ, ਅੱਜ ਵੀ ਉਵੇਂ ਦੇ ਉਵੇਂ ਬਰਕਰਾਰ ਨੇ। ਸੋ ਇਹ ਤਸਵੀਰ ਵੀ ਤੁਹਾਡੇ ਦਾਦਾ ਜੀ ਦੁਆਰਾ ਬਣਾਈ ਗਈ ਹੈ। ਭਾਈ ਗਿਆਨ ਸਿੰਘ ਨਕਾਸ਼ੀ ਦੇ ਦੁਆਰਾ ਬਣਾਈ ਹੋਈ ਹੈ ਤਸਵੀਰ। ਗਿਆਨ ਸਿੰਘ ਨਕਾਸ਼ੀ, ਸੰਮਤ 1998।
ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ। ਆਹ ਤਸਵੀਰ ਜਿਹੜੀ ਹੈ ਇਹ ਉੱਥੇ ਗੁਰੂ ਰਾਮਦਾਸ ਰਾਮਸਰ ਗੁਰਦੁਆਰਾ ਸੀਗਾ, ਗੁਰੂ ਰਾਮਦਾਸ ਰਾਮਦਾਸ ਜੀ ਜਿੱਥੇ ਸੁਖਮਨੀ ਸਾਹਿਬ ਉਚਾਰੀ ਉਹਨਾਂ ਨੇ, ਜੀ, ਇਹ ਉੱਥੋਂ ਦੇ ਕੰਧ ਚਿੱਤਰ ਸੀਗੇ। ਉੱਥੋਂ ਦੀ ਕੰਧ ਦੀ ਤਸਵੀਰ ਹੈ, ਉਦੋਂ ਦੀ ਪੇਂਟਿੰਗ। ਉੱਥੇ ਤਕਰੀਬਨ 10-12 ਪੇਂਟਿੰਗਾਂ ਸੀਗੀਆਂ ਜਿਹੜੀਆਂ ਕਿ ਕਾਰ ਸੇਵਾ ਵਿੱਚ ਸਾਡੀਆਂ ਟੱਟ ਗਈਆਂ, ਤਾਂ ਉਸ ਤੋਂ ਪਹਿਲਾਂ ਮੈਂ ਲੈ ਲਈਆਂ ਸੀ ਕਿਸੇ ਤਰੀਕੇ ਨਾਲ, ਮੇਰੇ ਕੋਲ ਹੈਗੀਆਂ ਸਾਰੀਆਂ। ਉਹ ਸਾਰੀਆਂ ਹੈਗੀਆਂ ਨੇ ਤੁਹਾਡੇ ਕੋਲ। ਸੋ ਇਹ ਬੜੀ ਬਾਕਮਾਲ ਚੀਜ਼ ਹੈ ਕਿ ਇਹਨਾਂ ਨੇ ਹਰ ਇੱਕ ਚੀਜ਼ ਜਿਹੜੀ ਆ ਉਹ ਸੰਭਾਲੀ ਹੋਈ ਹੈ। ਨਕਾਸ਼ੀ ਦੀ ਗੱਲ ਕਰਦੇ ਸੀ, ਨਕਾਸ਼ੀ ਦਾ ਨਮੂਨਾ ਇੱਕ ਇਹ ਵੀ ਮੌਜੂਦ ਹੈ। ਇਹ ਨਕਾਸ਼ੀ ਦੇਖ ਕੇ ਇੱਕਦਮ ਯਾਦ ਆ ਜਾਂਦਾ ਹੈ ਦਰਬਾਰ ਸਾਹਿਬ ਦਾ। ਇਹ ਦੋਵੇਂ ਨਮੂਨੇ ਦਰਬਾਰ ਸਾਹਿਬ ਦੇ ਵਿੱਚ ਲੱਗੇ ਹੋਏ ਨੇ। ਇਹ ਇਹਨੂੰ ਦਹਿਦ ਕਹਿੰਦੇ ਨੇ, ਦਹਿਨ ਦਹਨ ਦਹਿਨ। ਜੀ, ਇਹ ਵੀ ਨਕਾਸ਼ੀ ਦਾ ਇੱਕ ਨਮੂਨਾ ਹੈ ਜੀ। ਤੇ ਜਿਹਨੂੰ ਡੈਕੋਰੇਟ ਕਰਨ ਵਾਸਤੇ ਮਹਾਰਾਜ ਰਣਜੀਤ ਸਿੰਘ ਤੇ ਸ਼ੇਰ ਸਿੰਘ ਵਿੱਚ ਖੜੇ ਨੇ ਜੀ, ਤੇ ਨਾਲ ਜਿਹੜਾ ਫੁਹਾਰੇ ਨੇ ਉਹ ਫੁੱਲਾਂ ਦੀ ਸ਼ਕਲ ਦੇ ਵਿੱਚ ਵਗ ਰਹੇ ਨੇ, ਤੇ ਇਹਦੀ ਆਲੇ ਦੁਆਲੇ ਜਿਹੜੀ ਬਾਡੀ ਹੈ ਉਹਨੂੰ ਵੀ ਉਹ ਨਕਾਸ਼ੀ ਦੇ ਤਰੀਕੇ ਨਾਲ ਹੀ ਸਵਾਰੀ ਗਈ ਹੈ। ਤੇ ਇੱਦਾਂ ਦੇ ਕਾਫੀ ਚਿੰਨ੍ਹ ਦਰਬਾਰ ਸਾਹਿਬ ਹੈਗੇ ਨੇ ਅਜੇ ਵੀ, ਤੇ ਕਈ ਇਹਨਾਂ ਦੀ ਪੇਂਟਿੰਗਸ ਜਿਹੜੀਆਂ ਨੇ ਨਕਾਸ਼ੀ ਜਿਹੜੀ ਹੈ ਦਹਿਨ, ਉਹਨਾਂ ਦੇ ਵਿੱਚ ਕਈ ਗੁਰਦੁਆਰੇ ਵੀ ਉਹਨਾਂ ਨੇ ਬਣਾਏ ਹੋਏ ਨੇ। ਸੋ ਇਹ ਪਿਤਾ ਜੀ ਦੀ ਇਹਨਾਂ ਦੀ ਤਸਵੀਰ ਪਿਤਾ ਜੀ ਹੈਗੀ ਨੇ। ਹੈ ਜੀ ਸੋਹਣ ਸਿੰਘ, ਉਹ ਗ੍ਰੈਂਡਫਾਦਰ ਨੇ ਮੇਰੇ, ਜੀ। ਉਹਨਾਂ ਦੀ ਤਸਵੀਰ ਪੇਂਟਿੰਗ ਜਿਹੜੀ ਉਹ ਪਿਤਾ ਜੀ ਨੇ ਕੀਤੀ ਹੈ, ਤੇ ਪਿਤਾ ਜੀ ਦੀ ਪੇਂਟਿੰਗ ਉਹ ਮੈਂ ਕੀਤੀ ਹੈ। ਇਹਨਾਂ ਨੇ ਆਪਣੇ ਪਿਤਾ ਜੀ ਦੀ ਪੇਂਟਿੰਗ ਕੀਤੀ ਹੈ ਔਰ ਅੱਗੇ ਸਤਪਾਲ ਸਿੰਘ ਦਾਨਸ਼ ਜੀ ਨੇ ਆਪਣੇ ਪਿਤਾ ਦੀ ਪੇਂਟਿੰਗ ਕੀਤੀ ਹੈ। ਸੋ 3 ਪੀੜ੍ਹੀਆਂ, ਚੌਥੀ ਪੀੜ੍ਹੀ ਇਹਨਾਂ ਦੇ ਬੇਟੇ ਵੀ ਜਿਹੜੇ ਨੇ ਉਹ ਇਹੀ ਕੰਮ ਜਿਹੜਾ ਅੱਗੇ ਕਰ ਰਹੇ ਨੇ, ਨਾਲ ਦੀ ਨਾਲ ਜੌਬ ਵੀ ਕਰਦੇ ਨੇ ਤੇ ਨਾਲ ਦੀ ਨਾਲ ਇਸ ਕੰਮ ਦੇ ਵਿੱਚ ਵੀ ਮੁਹਾਰਤ ਹਾਸਲ ਕਰ ਚੁੱਕੇ ਨੇ ਔਰ ਇਸ ਕੰਮ ਨੂੰ ਜੋ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਸੀਗਾ ਉਸ ਨੂੰ ਅੱਗੇ ਵਧਾ ਰਹੇ ਨੇ। ਔਰ ਖਾਸ ਗੱਲਾਂ ਇਸ ਪੀੜ੍ਹੀ ਦੀਆਂ ਅਸੀਂ ਤੁਹਾਨੂੰ ਦੱਸੀਆਂ ਨੇ, ਇਤਿਹਾਸ ਸੰਭਾਲਿਆ ਹੋਇਆ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਖਜ਼ਾਨਾ ਜਿਹੜਾ ਹੈ ਇਹਨਾਂ ਦੇ ਕੋਲ ਮੌਜੂਦ ਹੈਗਾ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਗੁਰਦਿਆਲ ਦੇ ਨਾਲ ਬਲਵਿੰਦਰ ਕੌਰ।